ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਐਫਵਾਈ ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। BC ਦੀ ਇਕਨੋਮੀ ਰੀਓਪਨ ਕਰਨ ਦੇ ਲਈ ਅਪਡੇਟਸ ਦਿੱਤੀਆਂ ਜਾ ਰਹੀਆਂ ਨੇ ਕਿ ਕਿਹੜੇ-ਕਿਹੜੇ ਫੇਜ਼ ਦੇ ਵਿੱਚ ਕਿਹੜੇ-ਕਿਹੜੇ ਬਿਜ਼ਨਸ ਖੁੱਲ ਰਹੇ ਨੇ। ਸੋ ਉਹਨਾਂ ਫੇਜ਼ਸ ਦੇ ਵਿੱਚ ਕਿਹੜੀਆਂ-ਕਿਹੜੀਆਂ ਪ੍ਰੀਕਾਸ਼ਨਸ ਲਈਆਂ ਜਾਣਗੀਆਂ, ਜੌਬਸ ਦੇ ਵਿੱਚ ਕਿਹੜੀਆਂ ਲੋਕ ਜਿਹੜੇ ਹੈਗੇ ਦੁਬਾਰਾ ਆਪਣੀ ਜੌਬਸ ਤੇ ਜਾ ਸਕਦੇ ਹੈਗੇ ਆ। ਸੋ ਕਿ ਜਿਨ੍ਹਾਂ ਦੀਆਂ ਜੌਬਸ ਹੁਣ ਜਾ ਚੁੱਕੀਆਂ ਨੇ ਡੇਟੇ ਦੇ ਅਨੁਸਾਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀਆਂ, ਖਾਸ ਕਰਕੇ ਜੇ ਅਸੀਂ ਗੱਲ ਕਰੀਏ BC ਐਮਰਜੈਂਸੀ ਪਲਾਨ ਦੀ, ਤਾਂ ਉਹਦੇ ਵਿੱਚ 4 ਲੱਖ ਲੋਕ ਆਲਰੇਡੀ ਅਪਲਾਈ ਕਰ ਚੁੱਕੇ ਆ ਤੇ ਇਹਦਾ ਮਤਲਬ ਕਿ 4 ਲੱਖ ਲੋਕਾਂ ਦੀਆਂ ਜਿਹੜੀਆਂ ਜੌਬਸ ਗਈਆਂ ਨੇ। ਸੋ ਹੁਣ ਮੇਰੇ ਨਾਲ ਅੱਜ ਮੌਜੂਦ ਨੇ BC ਲੇਬਰ ਮਿਨਿਸਟਰ ਮਿਸਟਰ ਹੈਰੀ ਬੇਂਸ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਅਪਡੇਟਸ ਨੇ BC ਦੀ ਇਕਨੋਮੀ ਦੇ ਬਾਰੇ। ਸੋ ਮਿਸਟਰ ਬੇਂਸ, ਸਵਾਗਤ ਹੈ ਤੁਹਾਡਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਫॉर ਹੈਵਿੰਗ ਮੀ ਜੀ, ਤੇ ਤੁਹਾਨੂੰ ਸਾਰੇ ਜਿਹੜੇ ਦੇਖਣ ਵਾਲੇ ਦਰਸ਼ਕ ਹੈ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿਸਟਰ ਬੇਂਸ, ਜਿੱਦਾਂ ਅਸੀਂ ਪ੍ਰੀਮੀਅਰ ਹੋਰਗਨ ਤੋਂ ਸੁਣਿਆ ਹੈਗਾ ਕਿ ਸਾਡੀ BC ਦੀ ਇਕਨੋਮੀ ਓਪਨ ਹੋ ਰਹੀ ਹੈਗੀ ਹੈ। ਸੋ ਡਿਫਰੈਂਟ ਫੇਜ਼ਸ ਦੇ ਵਿੱਚ ਇਕਨੋਮੀ ਓਪਨ ਹੋ ਰਹੀ ਹੈਗੀ ਹੈ। ਸੋ ਕਿਹੜੇ ਫੇਜ਼ ਜਿਹੜੇ ਸਾਹਮਣੇ ਆ ਰਹੇ ਨੇ ਸਾਡੇ, ਕੀ ਅਪਡੇਟ ਆ ਉਹਦੇ ਬਾਰੇ? ਸੋ ਪਹਿਲਾਂ ਤਾਂ ਥੋੜੀ ਜਿਹੀ ਬੈਕਗ੍ਰਾਉਂਡ ਦੇਖੀਏ ਕਿ ਜਿਹੜਾ ਕੋਵਿਡ-19 ਆ, ਇਹਨੇ ਸਾਰੀ ਦੁਨੀਆ ਦੇ ਵਿੱਚ ਸਾਰੀ ਮਨੁੱਖਤਾ ਨੂੰ ਤਕਰੀਬਨ ਇੱਕ ਬੜੇ ਡੂੰਘੇ ਇਮਤਿਹਾਨ ਦੇ ਵਿੱਚ ਪਾਇਆ, ਬੜਾ ਔਖਾ ਇਮਤਿਹਾਨ ਵਿੱਚ ਸਾਨੂੰ ਪਾਇਆ, ਜਿਹਦੇ ਵਿੱਚ ਦੀ ਸਾਰਿਆਂ ਨੂੰ ਲੰਘਣਾ ਪਿਆ। ਉਹਦੇ ਵਿੱਚ ਕੀ ਹੋਇਆ ਕਿ ਬਹੁਤ ਲੋਕ ਜਿਹੜੇ ਆਮ ਤੌਰ ਤੇ ਸਾਰੇ ਜਿਹੜੇ ਲੋਕ ਸੀਗੇ ਉਹ ਵਰੀਡ ਸੀਗੇ। ਉਹਨਾਂ ਦੇ ਕਈਆਂ ਨੇ ਤਾਂ ਲਵਡ ਵਨ ਗਵਾ ਲਏ, ਉਹਨਾਂ ਦੀ ਮੌਤ ਹੋ ਗਈ, ਕੁਝ ਬਿਮਾਰ ਹੋ ਗਏ, ਹਸਪਤਾਲਾਂ 'ਚ ਗਏ, ਤੇ ਉਹਨਾਂ ਨੂੰ ਫਿਕਰ ਸੀ, ਉਹਨਾਂ ਦੇ ਨੇਬਰ, ਉਹਨਾਂ ਦੇ ਰਿਸ਼ਤੇਦਾਰ ਘਰਾਂ 'ਚ ਬੈਠ ਗਏ, ਜੌਬਸ ਖਤਮ ਹੋ ਗਈਆਂ, ਤੇ ਉਹ ਕੱਲ ਬਾਰੇ ਫਿਕਰ ਕਰ ਰਹੇ ਸੀ, ਕੱਲ ਕਿਹੋ ਜਿਹਾ ਉਹਨਾਂ ਦਾ ਆਏਗਾ, ਉਹਨਾਂ ਦੇ ਬੱਚਿਆਂ ਦਾ ਕੱਲ, ਉਹਨਾਂ ਦੀ ਪੜ੍ਹਾਈ ਕਿਹੋ ਜਿਹੀ ਹੋਏਗੀ। ਸੋ ਇੱਕ ਤੇ ਸੀ। ਦੂਸਰਾ ਪੜਾਅ ਇਹ ਸੀਗਾ ਕਿ ਜਿਹੜਾ ਕਿ ਮੈਨੂੰ ਇਸ ਚੀਜ਼ ਦੀ ਸੈਟਿਸਫੈਕਸ਼ਨ ਹੈਗੀ ਆ ਕਿ ਦੁਨੀਆ ਦੇ ਵਿੱਚ ਹੀ ਨਹੀਂ, ਮੈਂ ਗੱਲ ਕਰਦਾ ਕਿ ਸਾਡੇ BC ਵਿੱਚ ਖਾਸ ਤੌਰ ਤੇ ਲੋਕਾਂ ਨੇ ਇੰਨਾ ਫੋਕਸ ਤਰੀਕੇ ਦੇ ਨਾਲ, ਇੰਨਾ ਡਿਸਿਪਲਿਨ 'ਚ ਰਹਿ ਕੇ, ਡਾਕਟਰ ਬੋਨੀ ਹੈਨਰੀ ਤੇ ਸਾਡੀ ਹੈਲਥ ਮਿਨਿਸਟਰ ਏਡਰੀਅਨ ਡਿਕਸ ਉਹਨਾਂ ਦੀਆਂ ਇੰਸਟਰਕਸ਼ਨ ਤੇ ਰਹਿ ਕੇ ਆਪਣੇ ਆਪ ਨੂੰ ਇਸ ਤਰ੍ਹਾਂ ਚਲਾਇਆ ਕਿ ਅਸੀਂ ਕੋਵਿਡ ਜਿਹੜਾ 19 ਆ ਉਹਦੇ ਤੇ ਕਾਬੂ ਪਾਉਣ ਵਿੱਚ ਕਾਮਯਾਬ ਹੁੰਦੇ ਜਾ ਰਹੇ ਹਾਂ। ਪਰ ਦਿਸ ਰਿਹਾ ਆਪਾਂ ਨੂੰ, ਕਿਉਂਕਿ ਜਿਹੜਾ ਕਰਵ ਸੀਗਾ ਹੁਣ ਫਲੈਟਨ ਹੋਣਾ ਸ਼ੁਰੂ ਹੋ ਗਿਆ BC ਦੇ ਵਿੱਚ ਬਾਕੀ ਸਾਰਿਆਂ ਨਾਲੋਂ ਪਹਿਲਾਂ। ਤੇ ਤੀਸਰੀ ਗੱਲ ਹੁਣ ਇਹ ਆ ਜਾਂਦੀ ਆ ਕਿ ਲੋਕੀ ਕਹਿੰਦੇ ਕਿ ਹੁਣ ਫਿਰ ਇਹਦਾ ਮਤਲਬ ਮੁੜ ਕੇ ਦੁਬਾਰਾ ਸਾਡੀਆਂ ਜ਼ਿੰਦਗੀਆਂ ਕਿੱਦਾਂ ਸ਼ੁਰੂ ਹੋਣਗੀਆਂ। ਉਹਦੇ ਵਾਸਤੇ ਫਿਰ ਹੁਣ ਪਲਾਨ ਬਣ ਰਹੀ ਆ। ਡਾਕਟਰ ਬੋਨੀ ਹੈਨਰੀ ਤੇ ਵਰਕਸ਼ੇਪ BC ਉਹ ਇਕੱਠੇ ਰਲ ਕੇ ਇਹ ਪਲਾਨ ਬਣਾ ਰਹੇ ਆ ਵੀ ਕਿਸ ਤਰ੍ਹਾਂ ਅਸੀਂ ਇਕਨੋਮੀ ਨੂੰ ਦੁਬਾਰਾ ਖੋਲੀਏ, ਕਿਹੜੇ ਸੈਕਟਰ ਖੋਲੇ ਜਾਣ, ਕਿਸ ਤਰ੍ਹਾਂ ਖੋਲੇ ਜਾਣ। ਸੋ ਉਹਦਾ ਐਲਾਨ ਪ੍ਰੀਮੀਅਰ ਸਾਹਿਬ ਨੇ ਕੀਤਾ। 3 ਦਿਨ ਹੋਏ ਆ ਤੇ ਉਹਦੇ ਵਿੱਚ ਆ ਜਾਂਦੇ ਆ ਕਿ ਜਿਹੜੇ ਹੈਗੇ ਆ ਇਲੈਕਟਿਵ ਸਰਜਰੀ, ਜਿਹੜੀ ਕਿ ਕਾਫੀ ਵੇਟਿੰਗ ਲਿਸਟ ਵੱਧ ਗਈ। ਪਹਿਲਾਂ ਥੋੜੀ ਜਿਹੀ ਵੇਟਿੰਗ ਲਿਸਟ ਸੀ, ਹੁਣ ਬਹੁਤ ਜ਼ਿਆਦਾ ਵੱਧ ਗਈ। ਉਹਦਾ ਮਤਲਬ ਕਿ ਕਿਉਂਕਿ ਅਸੀਂ 4000 ਬੈੱਡ ਜਿਹੜੇ ਆ BC ਦੇ ਵਿੱਚ ਉਹ ਖਾਲੀ ਕਰਵਾ ਲਏ ਸੀ ਕਿ ਜਸਟ ਇਨ ਕੇਸ ਕਿ ਕੋਵਿਡ-19 ਦਾ ਫੈਲਾਅ ਬਹੁਤ ਜ਼ਿਆਦਾ ਨਾ ਹੋ ਜਾਏ ਤਾਂ ਸਾਨੂੰ ਬੈੱਡਸ ਦੀ ਲੋੜ ਪਵੇ। ਉਹ ਅਸੀਂ ਪ੍ਰੀਕਾਸ਼ਨ ਵਾਸਤੇ, ਪ੍ਰੋਐਕਟਿਵ ਤਰੀਕੇ ਦੇ ਨਾਲ ਕਰ ਲਏ ਸੀ। ਹੁਣ ਆਪਾਂ ਦੇਖਦੇ ਜਿਹੜੇ ਆਪਣੇ ਨਵੇਂ ਅੰਕੜੇ ਆਉਂਦੇ ਆ ਰੋਜ਼ਾਨਾ, ਤਕਰੀਬਨ 60-70 ਕਿ ਜਿਹੜੇ ਹੈਗੇ ਆ ਲੋਕ, ਜਿਹੜੇ ਪੇਸ਼ੈਂਟ ਹੈਗੇ ਆ ਹਸਪਤਾਲ ਦੇ ਵਿੱਚ ਸਾਡੇ BC ਦੇ ਵਿੱਚ, ਜਿਨ੍ਹਾਂ ਚੋਂ 20 ਦੇ ਕਰੀਬ ਹੈਗੇ ਆ ICU ਦੇ ਵਿੱਚ, ਤੇ ਬਾਕੀ ਬੈੱਡ ਜਿਹੜੇ ਆ ਹੁਣ ਅਸੀਂ ਸੋਚਦੇ ਉਹਨਾਂ ਨੂੰ ਓਪਨ ਕਰ ਲਿਆ ਜਾਵੇ। ਤੇ ਨਾਲ ਦੀ ਨਾਲ ਜਿਹੜਾ ਮੈਡੀਕਲੀ ਰਿਲੇਟਡ ਜਿਹੜੇ ਬਾਕੀ ਦੇ ਕੰਮ ਹੈਗੇ ਆ, ਜਿਸ ਤਰ੍ਹਾਂ ਕਿ ਫਿਜ਼ੀਓਥੈਰੇਪੀ ਹੋ ਜਾਂਦੀ ਆ, ਡੈਂਟਿਸਟਰੀ ਆ ਜਾਂਦੀ ਆ, ਕਾਇਰੋਪ੍ਰੈਕਟਰ ਹੈਗੇ ਆ, ਉਹਨਾਂ ਨੂੰ ਅਸੀਂ ਓਪਨ ਕਰ ਦਈਏ ਪਹਿਲਾਂ। ਤੇ ਫਿਰ ਆ ਜਾਂਦੇ ਆ ਜਿਸ ਤਰ੍ਹਾਂ ਕਿ ਹੇਅਰ ਸਲੂਨ ਸੀਗੇ, ਤੇ ਆਪਣੇ ਮਸਾਜ ਥੈਰੇਪਿਸਟ ਸੀਗੇ। ਨਾਲ ਆਪਾਂ ਗੱਲ ਕਰ ਲਈਏ ਕਿ ਪਾਰਕਸ ਦੇ ਰੈਕ੍ਰੀਏਸ਼ਨਲ ਜਿਹੜੇ ਹੈਗੇ ਆ, ਸਪੋਰਟਸ ਹੈਗੀ ਆ, ਉਹਨਾਂ ਨੂੰ ਕਿਸ ਤਰ੍ਹਾਂ ਓਪਨ ਕਰੀਏ, ਰੈਸਟੋਰੈਂਟ ਕਿਸ ਤਰ੍ਹਾਂ ਓਪਨ ਕਰੀਏ। ਇਹ ਜਿਹੜਾ ਅਸੀਂ ਮਿਡਲ ਆਫ ਮਈ, ਜਿਹੜਾ ਮਈ 18 ਤੋਂ ਅਸੀਂ ਸ਼ੁਰੂ ਕਰ ਰਹੇ ਹਾਂ ਡੇ ਕੇਅਰ ਸੈਂਟਰ ਵੀ, ਤਾਂ ਕਿ ਅਸੀਂ ਇਹਨੂੰ ਬਹੁਤ ਹੀ ਸਲੋਲੀ ਤੇ ਇੱਕ ਤਕਰੀਬਨ ਜਿਹੜਾ ਹੈਗਾ ਸਿਲੈਕਟਿਵ ਤਰੀਕੇ ਦੇ ਨਾਲ ਓਪਨ ਕਰ ਲਈਏ। ਹਰ ਇੱਕ ਵਾਸਤੇ ਵਰਕਸ਼ੇਪ BC ਦੇ ਪ੍ਰੋਵਿੰਸ਼ੀਅਲ ਹੈਲਥ ਆਫਿਸ ਰਲ ਕੇ ਹਰ ਇੱਕ ਸੈਕਟਰ ਵਾਸਤੇ ਉਹਦੀ ਇੱਕ ਸਟ੍ਰੈਟਜੀ ਬਣਾ ਰਹੇ ਆ, ਉਹਦੀਆਂ ਗਾਈਡਲਾਈਨਸ ਬਣਾ ਰਹੇ ਆ, ਜਿਹੜੀਆਂ ਕਿ ਹਰ ਇੱਕ ਨੂੰ ਮਿਲਣਗੀਆਂ। ਕੁਛ ਦੀਆਂ ਤਾਂ ਮਿਲ ਗਈਆਂ ਆਲਰੇਡੀ, ਬਣਾ ਹੋ ਗਏ, ਕੁਛ ਜਿਹੜੀਆਂ ਹਾਲੇ ਸਟ੍ਰੈਟਜੀ, ਜਿਹੜੀਆਂ ਗਾਈਡਲਾਈਨ ਬਣ ਰਹੀਆਂ, ਉਹ ਅਸੀਂ ਜਿਹੜਾ ਉਹ ਸੈਕਟਰ ਆ ਉਹਨਾਂ ਨਾਲ ਰਲ ਕੇ, ਜਿਸ ਤਰ੍ਹਾਂ ਰੈਸਟੋਰੈਂਟ ਇੰਡਸਟਰੀ ਹੈਗੀ ਆ, ਉਹਨਾਂ ਨਾਲ ਰਲ ਕੇ ਵੀ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਦਾ ਮਨ ਜਿੱਤਣਾ। ਕਿ ਤੁਸੀਂ ਰੈਸਟੋਰੈਂਟ ਤਾਂ ਓਪਨ ਕਰ ਵੀ ਸਕਦੇ ਹੋ, ਪਰ ਜੇ ਲੋਕਾਂ ਦਾ ਵਿਸ਼ਵਾਸ ਨਾ ਹੋਇਆ ਕਿ ਅਸੀਂ ਉੱਥੇ ਸੇਫ ਹੈਗੇ ਆ ਤੇ ਕਿਸੇ ਨੇ ਆਉਣਾ ਨਹੀਂ। ਸੋ ਇਸ ਕਰਕੇ ਅਸੀਂ ਸਰਕਾਰ, ਵਰਕਸ਼ੇਪ BC ਤੇ ਪ੍ਰੋਵਿੰਸ਼ੀਅਲ ਹੈਲਥ ਆਫਿਸ ਤੇ ਇਹ ਇੰਡਸਟਰੀ ਸਾਰੀ ਰਲ ਕੇ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਪਲਾਨ ਜਿਹੜੀ ਆ ਉਹ ਬਣਾਈ ਜਾਵੇ ਇਕੱਲੇ ਬਿਜ਼ਨਸ ਵਾਸਤੇ, ਔਰ ਉੱਥੇ ਉਹ ਪੋਸਟ ਕਰਨ ਤਾਂ ਕਿ
ਬਾਹਰੋਂ ਜਦੋਂ ਪੇਟਰਨਸ ਆਉਂਦੇ ਉਹਨਾਂ ਦੇ, ਤਾਂ ਉਹ ਦੇਖ ਸਕਣ ਕਿ ਉਹਨਾਂ ਦੀ ਹੈਲਥ ਐਂਡ ਸੇਫਟੀ ਵਾਸਤੇ ਧਿਆਨ ਰੱਖਿਆ ਹੋਇਆ ਤੇ ਉਹਨਾਂ ਦੀ ਹੈਲਥ ਐਂਡ ਸੇਫਟੀ ਕਾਇਮ ਹੈਗੀ ਆ ਤੇ ਉਹਨਾਂ ਦੇ ਵਰਕਰ ਦੀ ਹੈਲਥ ਐਂਡ ਸੇਫਟੀ ਕਾਇਮ ਹੈਗੀ ਆ। ਸੋ ਇਸੇ ਤਰ੍ਹਾਂ ਤਰੀਕੇ ਦੇ ਨਾਲ ਹੁਣ ਡਾਕਟਰ ਬੌਨੀ ਹਨੀ ਨੇ ਇੱਕ ਖਾਸ ਤੌਰ ਤੇ ਇੰਸਟਰਕਸ਼ਨ ਇਹ ਦਿੱਤੀ ਸੀ ਕਿ ਜਦੋਂ ਅਸੀਂ ਇਕਨੋਮੀ ਨੂੰ ਓਪਨ ਕਰਨਾ, ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਓਪਨ ਕਰ ਲਈਏ ਮੁੜ ਕੇ ਦੁਬਾਰਾ ਬੰਦ ਕਰਨੇ ਪੈਣ। ਉਹ ਬਿਲਕੁਲ ਹੀ ਖਤਰਨਾਕ ਹੋਏਗਾ ਔਰ ਉਹ ਮੁੜ ਕੇ ਉਹਦਾ ਨੁਕਸਾਨ ਹੋਰ ਵੀ ਜ਼ਿਆਦਾ ਹੋਏਗਾ। ਸੋ ਇਸ ਕਰਕੇ ਉਹ ਕਹਿੰਦੇ ਅਸੀਂ ਹੌਲੀ ਹੌਲੀ ਮੈਥੋਡਿਕਲੀ ਸਾਇੰਸ ਬੇਸਡ ਜਿਹੜਾ ਤਰੀਕਾ ਲੈ ਕੇ ਤੇ ਅਸੀਂ ਓਪਨ ਕਰਾਂਗੇ ਸਟ੍ਰਿਕਟ ਗਾਈਡਲਾਈਨਸ ਨਾਲ। ਸੋ ਮੇਰੀ ਹਦਾਇਤ ਸਾਰਿਆਂ ਨੂੰ ਇਹ ਆ, ਸਾਡੀ ਰਿਕੁਐਸਟ ਆ ਸਾਰਿਆਂ ਨੂੰ, ਡਾਕਟਰ ਬੌਨੀ ਹੈਨਰੀ ਉਹਨਾਂ ਦੇ ਹੈਗਾ ਆਰਡਰ ਆ, ਮੈਂ ਰਿਕੁਐਸਟ ਕਰ ਰਿਹਾ ਉਹਨਾਂ ਦੇ ਬਿਹਾਫ ਤੇ ਕਿ ਹੁਣ ਸਾਨੂੰ ਅੱਗੇ ਨਾਲੋਂ ਵੀ ਜ਼ਿਆਦਾ ਡਿਸਪਲਿਨ ਦੀ ਲੋੜ ਆ, ਅੱਗੇ ਨਾਲੋਂ ਵੀ ਜ਼ਿਆਦਾ ਉਹ ਜਿਹੜੇ ਸਾਡੇ ਗਾਈਡਲਾਈਨਸ ਹੈਗਾ ਉਹਨਾਂ ਨੂੰ ਫੋਲੋ ਕਰਨ ਦੀ ਲੋੜ ਆ, ਕਿਉਂਕਿ ਇਹ ਆਪਣੇ ਤੇ ਆ, ਬਿਜ਼ਨਸ ਦੇ ਆਪਣੇ ਤੇ ਆ ਕਿ ਉਹਨਾਂ ਨੇ ਬਿਜ਼ਨਸ ਓਪਨ ਰੱਖਣੇ ਆ ਕਿ ਜਾਂ ਫਿਰ ਦੁਬਾਰਾ ਮਜਬੂਰਨ ਬੰਦ ਕਰਨੇ ਪੈਣ। ਸੋ ਇਸ ਕਰਕੇ ਰਲ ਕੇ ਕੰਮ ਕਰਾਂਗੇ। ਵਰਕਸੇਪ BC ਵਾਲੇ ਕੰਮ ਕਰ ਰਹੇ ਆ, ਪ੍ਰੋਵਿੰਸ਼ੀਅਲ ਹੈਲਥ ਆਫਿਸ ਕੰਮ ਕਰ ਰਹੀ ਹੈ ਤੇ ਗਾਈਡਲਾਈਨਸ ਤਿਆਰ ਕੁਝ ਹੋ ਗਈਆਂ, ਕੁਝ ਹੋ ਰਹੀਆਂ। ਸੋ ਹੋਪਫੁਲੀ ਕਿ ਅਸੀਂ ਸਕਸੈਸ ਹੋਵਾਂਗੇ ਆਉਣ ਵਾਲੇ ਜਿਹੜੇ 2 ਹਫ਼ਤੇ ਹੈਗੇ ਆ, ਤਾਂ ਕਿ ਅਸੀਂ ਉਹ ਬਿਜ਼ਨਸ ਸਲੋਲੀ ਹੌਲੀ ਹੌਲੀ ਮੁੜ ਕੇ ਦੁਬਾਰਾ ਸ਼ੁਰੂ ਕਰ ਸਕੀਏ। ਮਿਸਟਰ ਵੈਂਸ, ਜਿਹੜਾ ਤੁਸੀਂ ਦੱਸਿਆ ਹੈਗਾ ਕਿ ਵਰਕਸੇਪ BC ਦੇ ਨਾਲ ਰਲ ਕੇ ਬਿਜ਼ਨਸ ਖੋਲਣੇ ਪੈਣਗੇ, ਸੋ ਕੀ ਹਰ ਬਿਜ਼ਨਸ ਦੇ ਲਈ ਅਲੱਗ-ਅਲੱਗ ਗਾਈਡਲਾਈਨਸ ਹੋਣਗੀਆਂ ਜਿੰਨੇ ਵੀ ਬਿਜ਼ਨਸ ਹੈਗੇ? ਕਿਉਂਕਿ ਕੋਈ ਬਿਜ਼ਨਸ ਬਹੁਤ ਵੱਡਾ ਹੈਗਾ ਆ, ਕੋਈ ਬਿਜ਼ਨਸ ਛੋਟਾ ਹੈਗਾ ਆ, ਸੋ ਜੇ ਲਿਮਿਟਿਡ ਲੋਕਾਂ ਨੇ ਅੰਦਰ ਜਾਣਾ ਹੈਗਾ ਆ ਜਾਂ ਉਹਨਾਂ ਦੇ ਅੰਦਰ ਕੀ ਕੁਝ ਹੋਵੇਗਾ, ਸੋ ਸਾਰੇ ਬਿਜ਼ਨੈਸਸ ਨੂੰ ਵਰਕਸੇਪ BC ਦੇ ਨਾਲ ਕੰਟੈਕਟ ਕਰਨਾ ਪਵੇਗਾ। ਸੋ ਕਿਸ ਤਰ੍ਹਾਂ ਦਾ ਇਹ ਚੱਲੇਗਾ ਸਾਰਾ ਸਿਸਟਮ? ਇਹ ਬਿਲਕੁਲ ਸਹੀ ਗੱਲ ਆ, ਹਰ ਬਿਜ਼ਨਸ ਨੂੰ ਆਪਣੀ ਪਲਾਨ ਤਿਆਰ ਕਰਨੀ ਪਏਗੀ ਵਰਕਸੇਪ BC ਤੋਂ ਗਾਈਡੈਂਸ ਲੈ ਕੇ ਤੇ ਪ੍ਰੋਵਿੰਸ਼ੀਅਲ ਹੈਲਥ ਆਫਿਸ ਤੋਂ ਗਾਈਡੈਂਸ ਲੈ ਕੇ। ਔਰ ਅਸੀਂ ਰეკਮੈਂਡ ਕਰਦੇ ਹਾਂ ਕਿ ਉਹ ਆਪਣੇ ਬਿਜ਼ਨਸ ਦੇ ਉੱਤੇ ਪੋਸਟ ਕਰਨ ਤਾਂ ਕਿ ਵਰਕਰ ਵੀ ਦੇਖ ਸਕਣ, ਤਾਂ ਜਾਂ ਜਿਹੜੇ ਉਹਨਾਂ ਦੇ ਕਸਟਮਰ ਜਾਂ ਜਿਨ੍ਹਾਂ ਨੇ ਆ ਕੇ ਉੱਤੇ ਪੈਟਰੋਲਾਈਜ਼ ਕਰਨਾ ਉਹਨਾਂ ਨੂੰ, ਚਾਹੇ ਰੈਸਟੋਰੈਂਟ ਦੇ ਵਿੱਚ ਹੈਗਾ, ਚਾਹੇ ਆਪਣੇ ਸਪੋਰਟਸ ਹੈਗਾ ਫੈਸਿਲਿਟੀ ਚੱਲ ਰਹੀ ਆ, ਉਹ ਸਾਰੇ ਫਿਜ਼ੀਓਥੈਰੇਪਿਸਟ ਹੈਗੇ ਆ, ਹੇਅਰ ਸਲੂਨਸ ਹੈਗੇ ਆ, ਕਿਉਂਕਿ ਹਰ ਇੱਕ ਵਾਸਤੇ ਵੱਖਰੀ ਗਾਈਡਲਾਈਨ ਹੋਏਗੀ। ਤੁਸੀਂ ਦੇਖੋ ਕੁਝ ਬਿਜ਼ਨਸ ਐਸੇ ਆ ਜਿਹੜੇ ਕਿ ਉਹ 6 ਫੁੱਟ ਦੀ ਦੂਰੀ ਤੇ ਰਹਿ ਕੇ ਕੰਮ ਚੱਲ ਸਕਦਾ, ਕੁਝ ਐਸੇ ਹੈਗੇ ਆ ਜਿਸ ਤਰ੍ਹਾਂ ਕਿ ਹੇਅਰ ਸਲੂਨਸ ਹੈਗੇ ਆ, ਫਿਜ਼ੀਓਥੈਰੇਪਿਸਟ ਹੈਗੇ ਆ, ਡੈਂਟਿਸਟ ਹੈਗੇ ਆ, ਉਹ ਜਿਹੜੇ ਆ ਉਹਨਾਂ ਨੂੰ ਪਰਸਨਲ ਇੱਕ ਦੂਜੇ ਨਾਲ ਇਨ ਟੱਚ ਹੋਣਾ ਪੈਂਦਾ, ਇੱਕ ਦੂਜੇ ਨੂੰ ਫਿਜ਼ੀਕਲੀ ਇੱਕ ਦੂਜੇ ਨੂੰ ਟੱਚ ਕਰਦੇ ਆ। ਸੋ ਉਹਦੇ ਵਾਸਤੇ ਸਟ੍ਰਿਕਟ ਹੋਰ ਵੀ ਜ਼ਿਆਦਾ ਸਟ੍ਰਿਕਟ ਗਾਈਡਲਾਈਨਸ ਹੋਣਗੀਆਂ, ਉਹ ਵੱਖਰੀਆਂ ਹੋਣਗੀਆਂ ਸਪੋਰਟਸ ਜਿਹੜੇ ਹੈਗੇ ਆ ਰੈਕਟਿਵ ਸਪੋਰਟਸ ਨਾਲੋਂ। ਸੋ ਆਈ ਥਿੰਕ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਕਿ ਉਹ ਵਰਕਸੇਪ BC ਦੀ ਵੈਬਸਾਈਟ ਤੇ ਜਾ ਕੇ ਉਹ ਨਾਲੋਂ ਨਾਲ ਜਦੋਂ ਤਿਆਰ ਹੋ ਜਾਂਦੇ ਉਹ ਪੋਸਟ ਕਰ ਰਹੇ ਆ, ਤੇ ਜੇ ਨਹੀਂ ਤੇ ਉੱਥੇ ਇੱਕ ਪ੍ਰੀਵੈਂਸ਼ਨ ਲਾਈਨ ਹੈਗੀ ਆ, ਜੇ ਤੇ ਕਾਲ ਕਰਕੇ ਇਨ ਪਰਸਨ ਬੰਦੇ ਨਾਲ ਗੱਲ ਕਰਕੇ ਉਹ ਤੋਂ ਗਾਈਡੈਂਸ ਲੈ ਸਕਦੇ ਆ। ਸੋ ਜਿਵੇਂ ਪ੍ਰੀਮੀਅਰ ਹੋਰਗਨ ਨੇ ਦੱਸਿਆ ਕਿ 4 ਲੱਖ ਲੋਕਾਂ ਨੇ ਅਪਲਾਈ ਕੀਤਾ ਹੈਗਾ ਜਿਹੜੇ ਐਮਰਜੈਂਸੀ ਬੈਨੀਫਿਟ BC ਦੇ ਵਿੱਚ ਦਿੱਤੇ ਗਏ ਸੀ। ਸੋ ਜਿਵੇਂ ਸਟੈਟ ਕੈਨੇਡਾ ਦੇ ਵੀ ਅਸੀਂ ਡੇਟਾ ਦੇਖਿਆ ਹੈਗਾ ਆ ਕਿ ਕਿੰਨੇ ਲੋਕ ਅਨਇੰਪਲੋਇਡ ਹੋਏ ਹੈਗੇ ਆ, ਕਿਉਂਕਿ ਕਈ ਲੋਕ, ਜੇ ਅਸੀਂ ਗੱਲ ਕਰੀਏ ਜਿਹੜੇ ਲੋਕ ਬਿਜ਼ਨਸ ਚੱਲ ਵੀ ਰਹੇ ਸੀ, ਕਿਉਂਕਿ BC ਦੀ ਕਾਫੀ ਇਕਨੋਮੀ ਚੱਲ ਰਹੀ ਸੀ ਇਸ ਪੈਂਡੈਮਿਕ ਦੇ ਦੌਰਾਨ ਵੀ, ਸੋ ਉਹ ਸਮੇਂ ਦੇ ਵਿੱਚ ਉਹਨਾਂ ਬਿਜ਼ਨੈਸਿਸ ਦੇ ਵਿੱਚ ਵੀ ਜਿਹੜੇ ਲੋਕ ਸੀ ਉਹ ਵੀ ਬਹੁਤ ਘੱਟ ਕੰਮ ਕੀਤਾ ਹੈਗਾ ਵਰਕਰਸ ਨੇ, ਕਿਉਂਕਿ ਘੰਟੇ ਘੱਟ ਗਏ, ਉਹਨਾਂ ਦੇ ਕੰਮ ਘੱਟ ਗਿਆ। ਸੋ ਕੀ ਇੰਪੈਕਟ ਤੁਹਾਨੂੰ ਲੱਗਦਾ BC ਦੀ ਇਕਨੋਮੀ ਦੇ ਇਹ ਟੋਟਲ ਕ੍ਰਾਈਸਿਸ ਦਾ ਪਿਆ ਹੈਗਾ? ਜੀ ਬਿਲਕੁਲ ਫਰਕ ਤਾਂ ਬਹੁਤ ਪਿਆ। ਇਹ ਅੰਕੜੇ ਜਿਹੜੇ ਸਹੀ ਹੈਗੇ ਆ, ਅਸੀਂ ਮਾਰਚ ਦੇ ਅੰਕੜੇ ਪਹਿਲਾਂ ਦੇਖੇ ਸੀਗੇ, ਉਹ 9.2% ਅਨਪਲਾਇਮੈਂਟ ਰੇਟ ਸੀਗਾ, ਹੁਣ 11.5% ਅਨਪਲਾਇਮੈਂਟ ਹੋ ਗਿਆ। ਤੁਸੀਂ ਨੰਬਰ ਦੱਸ ਦਿੱਤੇ ਕਿੰਨੇ ਲੋਕਾਂ ਨੇ ਅਪਲਾਈ ਕੀਤਾ ਹੈਗਾ ਹੈਲਪ ਵਾਸਤੇ। ਇੱਕ ਗੱਲ ਦੀ ਥੋੜੀ ਜਿਹੀ ਮੈਨੂੰ ਤਸੱਲੀ ਹੈਗੀ ਆ ਐਜ਼ ਏ ਸਰਕਾਰ ਜਾਂ ਐਜ਼ ਏ ਮਿਨਿਸਟਰ ਆਫ ਦੈਟ ਇਸ ਸਰਕਾਰ ਦੇ, ਕਿ ਸਾਡੀ ਇਕਨੋਮੀ ਜਿਹੜੀ ਸੀਗੀ ਇੱਕ ਬੜੀ ਸਟਰੋਂਗ ਇਕਨੋਮੀ ਤੋਂ ਅਸੀਂ ਸ਼ੁਰੂ ਹੋਏ ਆ। ਜਦੋਂ COVID-19 ਆਪਾਂ ਨੂੰ ਹਿੱਟ ਕੀਤਾ, ਅਸੀਂ ਸਾਡਾ ਸੂਬੇ ਦੇ ਵਿੱਚ ਸਭ ਤੋਂ ਘੱਟ ਅਨਪਲਾਇਮੈਂਟ ਰੇਟ ਸੀਗਾ, 5% ਤੋਂ ਘੱਟ ਹੀ ਰਿਹਾ ਤਕਰੀਬਨ ਪਿਛਲੇ 3 ਸਾਲ ਲਗਾਤਾਰ। ਸਾਡੀ ਜਿਹੜੀ ਇਕਨੋਮਿਕ ਗਰੋਥ ਵੀ ਬਾਕੀ ਸੂਬਿਆਂ ਨਾਲੋਂ ਅੱਗੇ ਸੀ, ਤੇ ਜਿੰਨੇ ਮਾਹਰ ਸੀਗੇ ਇਕਨੋਮਿਸਟ ਉਹ ਸਾਰਿਆਂ ਦੀ ਪ੍ਰੈਡਿਕਸ਼ਨ ਸੀਗੀ ਕਿ ਆਉਣ ਵਾਲਾ ਜਿਹੜੇ ਹੈਗੇ ਆ 2-3 ਸਾਲ ਉਹਦੇ ਵਿੱਚ BC ਲੀਡ ਕਰੇਗਾ ਬਾਕੀ ਸਾਰੇ ਕੈਨੇਡਾ ਨੂੰ ਇਕਨੋਮੀ ਦੇ ਵਿੱਚ। ਸੋ ਉਸ ਸਟਰੋਂਗ ਬੇਸ ਤੋਂ ਸ਼ੁਰੂ ਹੋ ਕੇ ਅੱਜ ਅਸੀਂ ਇੱਥੇ ਇਸ ਪੈਂਡੇਮਿਕ ਦੇ ਵਿੱਚ ਦੀ ਲੰਘ ਰਹੇ ਹਾਂ। ਇਸ ਕਰਕੇ ਅਸੀਂ ਥੋੜੇ ਜਿਹਾ, ਮੈਂ ਸਮਝਦਾ ਕਿ ਰਿਲੇਟਿਵਲੀ ਸਪੀਕਿੰਗ ਬਾਕੀਆਂ ਨਾਲੋਂ ਅਸੀਂ ਸਟਰੋਂਗ ਪੋਜੀਸ਼ਨ ਵਿੱਚ ਹੈਗੇ ਆ। ਸਾਨੂੰ ਆਸ ਹੈਗੀ ਆ ਕਿ ਅਸੀਂ ਇਹਦੇ ਵਿੱਚੋਂ
ਬਾਕੀਆਂ ਨਾਲੋਂ ਥੋੜਾ ਹੋਰ ਜਲਦੀ ਤੇ ਥੋੜਾ ਸੌਖ ਦੇ ਨਾਲ ਲੰਘ ਜਾਾਂਗੇ ਤੇ ਸਾਡੀ ਇਕਨੋਮੀ ਦੁਬਾਰਾ ਪਿਕ ਹੋ ਜਾਏਗੀ। ਇਸੇ ਕਰਕੇ ਅਸੀਂ ਸਾਰੀ ਇਕਨੋਮੀ ਬੰਦ ਨਹੀਂ ਕੀਤੀ ਸੀ, ਜਾਂ ਤੁਹਾਨੂੰ ਆਪ ਨੂੰ ਪਤਾ ਕਿ ਬਾਕੀ ਸੂਬਿਆਂ ਨੇ ਤਾਂ ਸਭ ਕੁਝ ਬੰਦ ਕੀਤਾ ਹੋਇਆ ਸੀ, ਕਿਉਂਕਿ ਉਹ ਲੇਟ ਸ਼ੁਰੂ ਹੋਏ ਤੇ ਉਹਨਾਂ ਨੂੰ ਸਭ ਕੁਝ ਬੰਦ ਕਰਨਾ ਪਿਆ। ਸਾਨੂੰ ਅਸੀਂ ਬੜੇ ਮੈਂ ਕਹਿੰਦਾ ਕਿਸਮਤ ਵਾਲੇ ਆ ਕਿ ਸਾਡੇ ਕੋਲ ਡਾਕਟਰ ਬੌਨੀ ਹੈਨਰੀ ਤੇ ਡਾਕਟਰ ਆਪਣੇ ਮਿਨਿਸਟਰ ਡਿਕਸ ਹੋਣੀ ਰਲ ਕੇ ਪ੍ਰੀਮੀਅਰ ਦੀ ਗਾਈਡੈਂਸ ਅੰਡਰ ਪਹਿਲਾਂ ਕਦਮ ਲੈਣੇ ਸ਼ੁਰੂ ਕਰ ਦਿੱਤੇ, ਤਾਂ ਕਿ ਅਸੀਂ ਇਕਨੋਮੀ ਨੂੰ ਚੱਲਦੇ ਵੀ ਰੱਖ ਸਕੀਏ ਕੁਛ, ਤੇ ਨਾਲ COVID-19 ਨੂੰ ਵੀ ਅਸੀਂ ਉੱਤੇ ਠੱਲ ਪਾ ਸਕੀਏ। ਅਸੀਂ ਕਾਮਯਾਬ ਹੋ ਗਏ। ਤੇ ਹੁਣ ਇਹੀ ਤਰੀਕਾ ਹੈਗਾ ਕਿ ਇਕਨੋਮੀ ਨੂੰ ਮੁੜ ਕੇ ਚਲਾਉਣ ਦਾ, ਹੌਲੀ ਹੌਲੀ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਕਿਹਾ ਕਿ ਡਾਕਟਰ ਬੌਨੀ ਹੈਨਰੀ ਕਹਿੰਦੇ ਕਿ ਅਸੀਂ ਏਦਾਂ ਨਾ ਹੋਵੇ ਕਿ ਸ਼ੁਰੂ ਕਰਦੀ ਮੁੜ ਕੇ ਬੰਦ ਕਰਨੇ ਪੈਣ, ਉਹ ਨਹੀਂ ਅਸੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਇਕਨੋਮੀ ਨੂੰ ਚਲਾਈਏ, ਹੌਲੀ ਹੌਲੀ ਚਲਾਈਏ ਤੇ ਇਸੇ ਤਰ੍ਹਾਂ ਐਕਸਪੈਂਡ ਕਰਦੇ ਜਾਈਏ। ਜਿੱਦਾਂ ਹੁਣ ਪੜਾਅ ਆਪਣਾ ਇਹ ਸੈਕੰਡ ਫੇਜ਼ ਦੀ ਲੰਘ ਜਾਣਾ, ਆਪਾਂ ਫਿਰ ਥਰਡ ਫੇਜ਼ ਸ਼ੁਰੂ ਹੋ ਜਾਣਾ। ਜੇ ਅਸੀਂ ਸੈਕੰਡ ਫੇਜ਼ ਵਿੱਚ ਕਾਮਯਾਬ ਹੋ ਗਏ, ਥਰਡ ਫੇਜ਼ ਵੀ ਸਾਡਾ ਉਨਾ ਹੀ ਅਸੀਂ ਕਾਮਯਾਬ ਹੋਵਾਂਗੇ, ਫਿਰ ਫੋਰਥ ਫੇਜ਼ ਵੀ ਅਸੀਂ ਜ਼ਿਆਦਾ ਛੇਤੀ ਸ਼ੁਰੂ ਕਰ ਸਕਾਂਗੇ। ਸੋ ਲੋਕਾਂ ਨੇ ਬੜਾ ਸਫ਼ਰ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੇ ਡਿਸਪਲਿਨ ਕੀਤਾ, ਇੱਕ ਦੂਜੇ ਦੀ ਮਦਦ ਕੀਤੀ। ਤੇ ਇਹ ਜਿੱਦਾਂ ਕਹਿੰਦੇ ਮਨੁੱਖਤਾ ਨੇ ਇਹ ਇੱਕ ਐਗਜ਼ਾਮਪਲ ਪੈਦਾ ਕਰ ਦਿੱਤੀ ਕਿ ਕਿਸ ਤਰ੍ਹਾਂ ਅਸੀਂ এনवायरमेंट ਨੂੰ ਸਾਫ਼ ਕਰ ਸਕਦੇ ਹਾਂ, ਆਪਣੇ ਡਿਸਪਲਿਨ ਰਹਿ ਕੇ, ਇੱਕ ਦੂਜੇ ਨੂੰ ਮਦਦ ਕਰਕੇ ਇੱਕ ਦੂਜੇ ਦੀ ਮਦਦ ਕਰ ਸਕਦੇ ਹਾਂ। ਸੋ ਇਸ ਕਰਕੇ ਮੇਰਾ ਵਿਸ਼ਵਾਸ ਮਾਨਵਤਾ ਉੱਤੇ ਹੋਰ ਵੀ ਵੱਧ ਗਿਆ। ਮੈਨੂੰ ਆਮ ਸ਼ੋਰ ਕਿ ਸਾਰਿਆਂ ਦਾ ਖਿਆਲ ਇਹੋ ਜਿਹੇ ਹੋਣਗੇ। ਆਓ ਏਦਾਂ ਹੀ ਅਸੀਂ ਰੱਖੀਏ, ਤਾਂ ਕਿ ਹੁਣ ਤੁਸੀਂ ਦੇਖੋ ਖਬਰਾਂ ਆ ਰਹੀਆਂ ਬਾਕੀ ਦੇਸ਼ਾਂ ਦੇ ਵਿੱਚੋਂ ਕਿ এনवायरमेंट ਬੜਾ ਸਾਫ਼ ਹੋਣ ਲੱਗ ਪਿਆ, ਦਰਿਆਵਾਂ ਦੇ ਪਾਣੀ ਹੋਰ ਸਾਫ਼ ਹੋਣ ਲੱਗ ਗਏ। ਤੇ ਤੁਸੀਂ ਦੇਖੋ, ਮੈਨੂੰ ਇੰਡੀਆ ਤੋਂ ਇੱਕ ਦੀ ਖਬਰ ਆਈ ਕਿ ਕਹਿੰਦੇ ਹੁਣ ਪਹਾੜ ਦਿਸਣ ਲੱਗੇ ਜਿਹੜੇ ਕਿ ਕਦੀ ਦੇਖੇ ਨਹੀਂ ਸੀ ਇੰਨੇ ਸਾਲਾਂ ਤੋਂ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ এনवायरमेंट, ਨੇਚਰ ਸਾਨੂੰ ਸਭ ਕੁਝ ਦਿੰਦੀ ਹੈ, ਨੇਚਰ ਸਾਨੂੰ ਪਾਲਦੀ ਆ, ਪ੍ਰੀਜ਼ਰਵ ਕਰਦੀ ਆ। ਅੱਜ ਮੌਕਾ ਆ ਗਿਆ ਮੁੜ ਕੇ ਆਪਾਂ ਨੂੰ ਰਿਫਲੈਕਟ ਕਰਨ ਦਾ ਕਿ ਅਸੀਂ ਵੀ ਨੇਚਰ ਦੀ ਲੁੱਕ ਆਫਟਰ ਕਰੀਏ। ਨੇਚਰ ਨੂੰ ਅਸੀਂ ਲੁੱਕ ਆਫਟਰ ਕਰਾਂਗੇ ਤਾਂ ਸਾਡੀ ਆਪਣੀ ਆਪ ਲੁੱਕ ਆਫਟਰ ਹੋਏਗੀ। ਸਾਡੇ ਬੱਚਿਆਂ ਵਾਸਤੇ ਹੋਰ ਵੀ ਵਧੀਆ ਅਸੀਂ ਵਾਤਾਵਰਨ ਛੱਡ ਕੇ ਜਾਈਏ, ਤਾਂ ਕਿ ਉਹਨਾਂ ਦੀਆਂ ਜ਼ਿੰਦਗੀਆਂ ਸਾਡੀਆਂ ਜ਼ਿੰਦਗੀਆਂ ਨਾਲੋਂ ਥੋੜੀਆਂ ਸੇਫ ਵੀ ਹੋਣਗੀਆਂ ਤੇ ਬੈਟਰ ਵੀ ਹੋਣਗੀਆਂ। Mr. Bente, if we will talk about the tourism industry, ਕਿਉਂਕਿ ਸਭ ਤੋਂ ਜ਼ਿਆਦਾ ਹਾਰਡ ਹਿੱਟ ਜਿਹੜੀ ਟੂਰਿਜ਼ਮ ਇੰਡਸਟਰੀ ਹੋਈ ਹੈਗੀ ਹੈ, ਕਿਉਂਕਿ ਉਹ ਰੀਓਪਨ ਕਰਨ ਦੇ ਚਾਂਸਸ ਵੀ ਨੈਕਸਟ ਈਅਰ ਤੱਕ ਨਹੀਂ ਹੈਗੇ। ਸੋ ਉਹਨਾਂ ਦੇ ਲਈ ਕੀ ਕੁਝ ਹੋ ਰਿਹਾ ਹੈਗਾ, ਅਪਡੇਟਸ ਕੀ ਹੈ ਉਸ ਇੰਡਸਟਰੀ ਦੇ ਲਈ, ਉਹਨਾਂ ਨੂੰ ਸਪੋਰਟ ਕਰਨ ਦੇ ਲਈ? ਜਾਂ ਉਹਨਾਂ ਦੀ ਜਿਹੜੀ ਟੂਰਿਸਟ ਜਿਹੜੇ ਆਰਗੇਨਾਈਜੇਸ਼ਨਸ ਹੈਗੀਆਂ, ਉਹਨਾਂ ਨਾਲ ਸਰਕਾਰ ਐਵਰੀ ਡੇ, ਸਾਡੇ ਮਿਨਿਸਟਰ ਉਹਨਾਂ ਨਾਲ ਗੱਲ ਕਰਦੇ ਆ ਵੀ ਕਿਸ ਤਰ੍ਹਾਂ ਅਸੀਂ ਮਦਦ ਕੀਤੀ ਜਾ ਸਕੇ। ਟੂਰਿਜ਼ਮ ਜਿਹੜਾ ਕਿ ਇੱਕ ਬਹੁਤ ਵੱਡਾ ਦੇਣ ਹੈਗੀ ਸਾਡੀ ਇਕਨੋਮੀ ਨੂੰ, ਖਾਸ ਤੌਰ BC ਦੇ ਵਿੱਚ। ਪਰ ਉਹਦੇ ਨਾਲ ਨਾਲ ਹੋਟਲ ਤੇ ਰੈਸਟੋਰੈਂਟ ਤਾਂ ਹੋਣਾ ਬਹੁਤ ਜ਼ਰੂਰੀ ਆ। ਟੂਰਿਸਟ ਆਉਂਦੇ ਆ, ਉਹ ਹੋਟਲ 'ਚ ਰਹਿਣਗੇ ਤੇ ਉਹਨਾਂ ਨੇ ਖਾਣੇ ਹੈਗੇ ਆ, ਬਾਹਰ ਨਿਕਲ ਕੇ ਤਾਂ ਰੈਸਟੋਰੈਂਟ ਚੱਲਣਗੇ। ਸੋ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ, ਜੇ ਅਸੀਂ ਕਾਨਫੀਡੈਂਸ ਵਿਨ ਕਰ ਲਿਆ ਲੋਕਾਂ ਦਾ, ਟੂਰਿਸਟ ਦਾ, ਕਿ ਸਾਡੇ ਜਿਹੜੇ ਰੈਸਟੋਰੈਂਟ ਉਹ ਸੇਫ ਹੈਗੇ ਆ, ਸਾਡੇ ਹੋਟਲ ਵੀ ਹੁਣ ਅਵੇਲੇਬਲ ਹੈਗੇ ਉਹ ਸੇਫ ਹੈਗੇ ਆ, ਤੇ ਟੂਰਿਸਟ ਆਪਣੇ ਆਪ ਆਉਣਗੇ। ਤੇ ਇਹੋ ਜਿਹੀਆਂ ਜਿਹੜੇ ਹੈਗੇ ਆ ਵਾਰਤਾਲਾਪ ਚੱਲ ਰਹੀ ਆ ਟੂਰਿਸਟ ਇੰਡਸਟਰੀ ਦੇ ਨਾਲ, ਇੰਡੀਵਿਜੂਅਲ ਜਿਹੜੇ ਹੋਟਲ ਉਹਨਾਂ ਦੇ ਨਾਲ, ਤਾਂ ਕਿ ਅਸੀਂ ਜਲਦੀ ਹੀ ਇਸ ਪਾਸੇ ਨੂੰ ਲੋਕਾਂ ਦੇ ਮਨਾਂ ਨੂੰ ਜਿੱਤ ਲਈਏ ਕਿ ਆਓ ਇੰਜੋਏ ਕਰੋ ਆਪਣੀ ਜ਼ਿੰਦਗੀ। ਪਰ ਇੱਕ ਗੱਲ ਹੈਗੀ ਆ ਕਿ ਜਿਹੜਾ ਨਿਊ ਨਾਰਮਲ ਹੋਏਗਾ, ਪਹਿਲੇ ਵਾਲਾ ਨਾਰਮਲ ਨਹੀਂ ਹੋਏਗਾ। ਇਹ ਚੀਜ਼ ਨੂੰ ਆਪਾਂ ਨੂੰ ਹੁਣ ਤੋਂ ਹੀ ਐਕਸੈਪਟ ਕਰ ਲੈਣਾ ਚਾਹੀਦਾ। ਲੋਕੀ ਐਕਸਪੈਕਟ ਕਰਨਗੇ ਕਿ ਉਹਨਾਂ ਦੀ ਹੈਲਥ ਐਂਡ ਸੇਫਟੀ ਦੀ ਬਹੁਤ ਜ਼ਿਆਦਾ ਉਹਨੂੰ ਪਹਿਲ ਦਿੱਤੀ ਜਾਵੇ ਜੇ ਅਸੀਂ ਰੈਸਟੋਰੈਂਟ ਜਾਣਾ ਜਾਂ ਹੋਟਲ ਵਿੱਚ ਜਾਣਾ। ਸੋ ਇਹਦੇ ਬਾਰੇ ਵੀ ਕੰਮ ਚੱਲ ਰਿਹਾ, ਤਾਂ ਕਿ ਜਿਹੜੀ ਡਾਕਟਰ ਬੌਨੀ ਹੈਨਰੀ ਸਾਨੂੰ ਗਾਈਡ ਕਰਨਗੇ ਵਰਕਸ਼ਿਪ BC ਨਾਲ ਰਲ ਕੇ, ਤਾਂ ਕਿ ਜਿਹੜੀ ਹੋਟਲ ਤੇ ਟੂਰਿਸਟ ਇੰਡਸਟਰੀ ਹੈਗੀ ਆ ਉਹ ਮੁੜ ਕੇ ਦੁਬਾਰਾ ਓਪਨ ਹੋ ਸਕੇ ਤੇ ਸਾਡੀ ਇਕਨੋਮੀ ਮੁੜ ਕੇ ਦੁਬਾਰਾ ਖੁੱਲ ਸਕੇ। ਜੌਬਸ 1.4 ਮਿਲੀਅਨ ਗਈਆਂ ਨੇ ਫੂਡ ਸੈਕਟਰ ਦੀਆਂ, ਤੇ ਜੇ ਗੱਲ ਕਰੀਏ ਨਾਲ ਨਾਲ ਅਸੀਂ ਰੀਟੇਲ ਸੈਕਟਰ ਦੀਆਂ, ਸੋ ਉਹਨਾਂ ਦੀਆਂ ਜੌਬਸ ਨੂੰ ਵਾਪਸ ਲੈ ਕੇ ਆਉਣ ਦੇ ਲਈ ਜਿਹੜੀ ਅਪਡੇਟ ਹੈਗੀ ਆ ਉਹ ਕੀ ਹੈਗੀ ਆ, ਕਿਉਂਕਿ ਉਹਨਾਂ ਦੇ ਨਾਲ ਵੀ ਇੰਪੈਕਟ ਬਹੁਤ ਪਿਆ ਹੈਗਾ BC ਦੀ ਇਕਨੋਮੀ ਨੂੰ। ਤੁਸੀਂ ਦੇਖੋ, ਅਸੀਂ ਜਿਹੜੀ ਆਪਾਂ ਹੁਣ ਗੱਲ ਕਰ ਚੁੱਕੇ ਹਾਂ, ਡਿਫਰੈਂਟ ਪੜਾਅ ਤਿਆਰ ਕੀਤੇ ਹੈਗੇ ਆ, ਤਾਂ ਕਿ ਅਸੀਂ ਹੌਲੀ ਹੌਲੀ ਸਲੋਲੀ ਇਕਨੋਮੀ ਨੂੰ ਓਪਨ ਕਰ ਲਈਏ। ਹੁਣ ਆਪਾਂ ਦੇਖਿਆ ਇਲੈਕਟਿਵ ਸਰਜਰੀ ਵਾਸਤੇ ਬਹੁਤ ਵਰਕਰ ਕੰਮ ਤੇ ਆਉਣਗੇ। ਫਿਰ ਆਪਾਂ ਹੇਅਰ ਸਲੂਨਸ ਵਗੈਰਾ ਦੀ ਗੱਲ ਕਰਦੇ ਹਾਂ, ਰੀਟੇਲ ਸੈਕਟਰ ਜਿਹੜਾ ਕਿ ਨਾਨ ਐਸੈਂਸ਼ੀਅਲ ਹੈਗਾ ਉਹਦੀ ਗੱਲ ਕਰਦੇ ਹਾਂ। ਜਦੋਂ ਸਾਰੇ ਕੰਮ ਚੱਲ ਪਏ, ਇਕਨੋਮੀ ਹੌਲੀ ਹੌਲੀ ਸ਼ੁਰੂ ਚੱਲ ਪਈ, ਤਾਂ ਫਿਰ ਆਪਾਂ ਜਿਹੜਾ ਥਰਡ ਪੜਾਅ ਹੈਗਾ ਉਹਦੇ ਵਿੱਚ ਦੀ ਲੰਘਾਂਗੇ। ਉਹਦੇ ਵਿੱਚ ਹੋਰ ਵੀ ਜ਼ਿਆਦਾ ਬਿਜ਼ਨਸ ਓਪਨ ਹੋਣਗੇ। ਇਹ ਆ ਕਿ ਆਪਣੀ ਸਕਸੈਸ ਜਿਹੜੀ ਉਹ ਡਿਪੈਂਡ ਕਰਦੀ ਹੈ ਅਸੀਂ ਕਿਸ ਤਰ੍ਹਾਂ ਬਿਹੇਵ ਕਰਦੇ ਹਾਂ ਹਰੇਕ ਪੜਾਅ ਦੇ ਵਿੱਚ, ਤਾਂ ਹੀ ਅਸੀਂ ਨੈਕਸਟ ਪੜਾਅ ਦੇ ਵਿੱਚ ਜਾ ਸਕਾਂਗੇ। ਸੋ ਅਸੀਂ ਸਾਰਿਆਂ ਦੀ ਜਿਹੜੀ ਹੈਗੀ ਆ ਕੋਆਪਰੇਸ਼ਨ ਦੇ ਨਾਲ ਹਰ ਇੱਕ ਪੜਾਅ ਨੂੰ ਸਕਸੈਸਫੁਲ ਬਣਾਉਣਾ ਚਾਹੁੰਦੇ ਹਾਂ। ਸਰਕਾਰ ਇੰਡਸਟਰੀ ਨਾਲ ਕੰਮ ਕਰ ਰਹੀ ਆ। ਤੁਹਾਨੂੰ ਦੱਸ ਦੇਵਾਂ ਕਿ ਸਾਡੇ ਪ੍ਰੀਮੀਅਰ ਦੀ ਜੌਨ ਹੋਰਗਨ ਦੀ ਲੀਡਰਸ਼ਿਪ ਅੰਡਰ
ਇੱਕ ਇਕਨੋਮਿਕ ਰਿਕਵਰੀ ਟਾਸਕ ਫੋਰਸ ਬਣਾ ਦਿੱਤਾ ਗਿਆ, ਜਿਹਦੇ ਵਿੱਚ ਬਿਜ਼ਨਸ ਕਾਉਂਸਲ ਦੇ ਬੰਦੇ ਹੈਗੇ ਆ, ਜਿਹਦੇ ਵਿੱਚ BC ਚੈਂਬਰ ਆਫ ਕਾਮਰਸ ਦੇ ਬੰਦੇ ਹੈਗੇ ਆ, ਸਰੀ ਬੋਰਡ ਆਫ ਟ੍ਰੇਡ ਹੈਗਾ, ਬੈਰਕੋ ਬੋਰਡ ਆਫ ਟ੍ਰੇਡ ਹੈਗਾ, ਤੇ ਸਾਡੇ ਜਿਹੜੇ ਹੈਗੇ ਆ BC ਫੈਡਰੇਸ਼ਨ ਆਫ ਲੇਬਰ ਦੇ ਪ੍ਰਧਾਨ ਉਹਦੇ ਵਿੱਚ ਬੈਠੇ ਆ, ਨਾਨ ਪ੍ਰੋਫਿਟ ਜਿਹੜੀਆਂ ਆਰਗੇਨਾਈਜੇਸ਼ਨਾਂ ਦੇ ਨੁਮਾਇੰਦੇ ਉਹਦੇ ਵਿੱਚ ਬੈਠੇ ਹੈਗੇ ਆ, ਤੇ ਪ੍ਰੀਮੀਅਰ ਉੱਥੇ ਬੈਠੇ ਆ, ਸਾਡੇ ਕੈਰਲ ਜੇਮਸ ਟਾਈਮ ਟੂ ਟਾਈਮ ਮੈਨੂੰ ਵੀ ਬੁਲਾਉਂਦੇ ਆ ਜਦੋਂ ਸਾਡੀ ਲੋੜ ਪੈਂਦੀ ਆ, ਤੇ ਸਾਡੇ ਮਿਨਿਸਟਰ ਮਿਸ਼ਾਲ ਮੰਗਾਲ ਜਿਹੜੇ ਮਿਨਿਸਟਰ ਆਫ ਜੌਬਸ ਹੈਗੇ ਆ ਉਹ ਵੀ ਉਹਦੇ ਉੱਤੇ ਬਹਿੰਦੇ ਆ। ਸੋ ਉੱਥੇ ਵਿਚਾਰ ਐਵਰੀ ਡੇ ਹੁੰਦੀ ਆ, ਹਰੇਕ ਹਫ਼ਤੇ ਉਹ ਮਿਲਦੇ ਆ, ਤੇ ਉਹ ਹਰ ਇੱਕ ਇਸ਼ੂ ਉੱਥੇ ਲਿਆਂਦਾ ਜਾਂਦਾ ਤਾਂ ਕਿ ਅਸੀਂ ਉਹਨਾਂ ਦੀ ਮਦਦ ਨਾਲ ਜਿਹੜੇ ਕਿ ਐਕਸਪਰਟ ਹੈਗੇ ਆ ਉਹ ਨੁਮਾਇੰਦਗੀ ਕਰਦੇ ਆ ਉਸ ਇੰਡਸਟਰੀ ਦੀ ਆਪਣੀ, ਤੇ ਉਹਨੂੰ ਅਸੀਂ ਕਿਸ ਤਰ੍ਹਾਂ ਮੁੜ ਕੇ ਦੁਬਾਰਾ ਇੰਡਸਟਰੀ ਨੂੰ ਚਲਾ ਸਕੀਏ, ਕੀ ਉਹਨਾਂ ਨੂੰ ਮਦਦ ਦੀ ਲੋੜ ਹੈਗੀ ਆ। $1.5 ਬਿਲੀਅਨ BC ਨੇ ਆਲਰੇਡੀ ਸੈਟ ਅਸਾਈਡ ਕੀਤਾ ਹੋਇਆ ਮੁੜ ਕੇ ਦੁਬਾਰਾ ਇਕਨੋਮੀ ਨੂੰ ਚਲਾਉਣ ਵਾਸਤੇ, ਉਹ ਜਿਹੜਾ ਕਿ 5 ਬਿਲੀਅਨ ਦੇ ਤੋਂ ਅਲੱਗ ਹੈਗਾ। ਸੋ ਆਈ ਥਿੰਕ ਸਰਕਾਰਾਂ ਤੇ ਜਿਹੜੇ ਉਹ ਸਾਰੇ ਬਿਜ਼ਨਸ ਅਦਾਰੇ ਹੈਗੇ ਆ ਰਲ ਕੇ ਹੁਣ ਕੰਮ ਕਰ ਰਹੇ ਆ, ਆਮ ਲੋਕਾਂ ਨਾਲ ਰਲ ਕੇ, ਤੇ ਆਈ ਐਮ ਹੋਪਫੁਲ ਕਿ ਆਉਣ ਵਾਲੇ ਜਿਹੜੇ 2-3 ਮਹੀਨੇ ਹੈਗੇ ਆ ਬਹੁਤ ਹੀ ਜ਼ਰੂਰੀ ਹੈਗੇ ਆ। ਉਹ ਡਿਪੈਂਡ ਕਰਦੇ ਕਿਸ ਤਰ੍ਹਾਂ ਅਸੀਂ ਬਿਹੇਵ ਕਰਦੇ ਐਜ਼ ਅ ਬਿਜ਼ਨਸ, ਐਜ਼ ਵਰਕਰ ਤੇ ਐਜ਼ ਪੇਟਰਨਸ। ਤਾਂ ਅਸੀਂ ਇਹਨੂੰ ਜਿਹੜਾ COVID-19 ਆ ਉਹਨੂੰ ਵੀ ਉਹਦੀ ਠੱਲ ਪਾਈ ਰੱਖੀਏ, ਉਹਨੂੰ ਬਿਲਕੁਲ ਖਤਮ ਕਰ ਦਈਏ, ਤੇ ਨਵੀਂ ਵੈਕਸੀਨੇਸ਼ਨ ਹੋਪਫੁਲੀ ਸ਼ੁਰੂ ਹੋ ਜਾਏ, ਇਲਾਜ ਇਹਦਾ ਹੋ ਜਾਏ, ਤਾਂ ਕਿ ਅਸੀਂ ਵੱਡੇ ਅਦਾਰੇ ਵੀ ਖੋਲ ਸਕੀਏ। ਬਿਲਕੁਲ, ਤੇ ਨਾਲ ਹੁਣ ਅਸੀਂ ਜੇ ਇੰਪੈਕਟ ਦੀ ਗੱਲ ਕਰ ਰਹੇ ਹੈਗੇ ਆ ਕਿ ਇਕਨੋਮੀ ਹਰ ਕਿਤੇ ਹਿੱਟ ਹੋਈ ਹੈ, ਚਾਹੇ ਅਸੀਂ BC ਦੀ ਗੱਲ ਕਰ ਲਈਏ, ਚਾਹੇ ਕੈਨੇਡਾ ਦੀ ਓਵਰਆਲ ਕਰ ਲਈਏ, ਹਰ ਕਿਤੇ ਇਕਨੋਮੀ ਨੂੰ ਲਾਸ ਤਾਂ ਹੈਗਾ ਹੀ ਆ। ਪਰ ਹੁਣ ਜਿੱਦਾਂ ਹੁਣ BC ਦੇ ਵਿੱਚ ਅਸੀਂ ਰੈਂਟ ਵਾਸਤੇ ਦੇ ਰਹੇ ਹੈਗੇ ਆ, ਜਿਨ੍ਹਾਂ ਦੇ ਜਿਹੜੇ ਰੈਂਟ ਨਹੀਂ ਅਫੋਰਡ ਕਰਦੇ ਉਹਨਾਂ ਨੂੰ ਬਜਟ ਦਿੱਤਾ ਗਿਆ ਹੈਗਾ ਆ, $500 ਦਿੱਤੇ ਗਏ ਆ, $1000 ਉਹਨਾਂ ਨੂੰ ਦਿੱਤਾ ਗਿਆ ਜਿਹੜੇ ਸਰਵ ਦੇ ਲਈ ਜਿਹੜੇ ਕਰ ਸਕਦੇ ਸੀਗੇ ਅਪਲਾਈ, ਉਹਨਾਂ ਨੂੰ ਦਿੱਤਾ ਗਿਆ। ਸੋ ਬਹੁਤ 5 ਬਿਲੀਅਨ ਦਾ ਜਿਹੜਾ ਬਜਟ ਜਿਹੜਾ ਸਾਹਮਣੇ ਦਿੱਤਾ ਗਿਆ ਸੀ ਕਿ ਲੋਕਾਂ ਦੀ ਮਦਦ ਦੇ ਲਈ ਹੈ। ਸੋ ਇਹ ਸਭ ਕੁਝ ਦੇਣ ਦੇ ਬਾਅਦ BC ਦੀ ਜਿਹੜੀ ਇਕਨੋਮੀ ਹੈਗੀ ਆ ਉਹਦੀ ਪਾਕਟ ਤੇ ਕਿੰਨਾ ਕੁ ਭਾਰ ਵਧਿਆ ਹੈ? ਇਹ ਤਾਂ ਤਕਰੀਬਨ ਕੋਈ ਮੈਂ ਕਹੂੰਗਾ ਕਿ ਸਰਪ੍ਰਾਈਜ਼ ਵਾਲੀ ਗੱਲ ਨਹੀਂ ਹੈਗੀ ਕਿ ਜਿਸ ਤਰ੍ਹਾਂ ਅਸੀਂ ਅੱਗੇ ਬੈਲੈਂਸ ਬਜਟ ਕਰਦੇ ਆ ਰਹੇ ਹਾਂ, ਹੋ ਸਕਦਾ ਬੈਲੈਂਸ ਬਜਟ ਸਭ ਤੋਂ ਨਾ ਹੋਵੇ, ਕਿਉਂਕਿ ਇਸ ਵੇਲੇ ਲੋੜ ਸੀਗੀ ਲੋਕਾਂ ਦੀ ਹੈਲਥ ਐਂਡ ਸੇਫਟੀ ਪ੍ਰੋਟੈਕਟ ਕਰਨ ਦੀ। ਇਸ ਵੇਲੇ ਲੋੜ ਸੀਗੀ ਕਿ ਲੋਕਾਂ ਦੀਆਂ ਜੇਬਾਂ 'ਚ ਕੁਝ ਪੈਸੇ ਹੋਣ ਤਾਂ ਕਿ ਉਹ ਆਪਣੀਆਂ ਐਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਉਹ ਪ੍ਰਦਾਨ ਕਰ ਸਕਣ, ਆਪਣੇ ਵਾਸਤੇ ਲਿਆ ਸਕਣ, ਫੂਡ ਖਰੀਦ ਸਕਣ ਤੇ ਦਵਾਈਆਂ ਲੈ ਸਕਣ। ਤੇ ਉਹ ਸਾਰਾ ਕੁਝ ਕਰਨ ਵਾਸਤੇ ਆਪਾਂ ਨੂੰ ਇਹ ਆਪਣਾ ਜੇਬ ਦੇ ਵਿੱਚ ਡੂੰਘਾ ਹੱਥ ਮਾਰਨਾ ਪਿਆ। ਪੈਸੇ ਸਾਰੇ ਟੈਕਸ ਪੇਅਰਸ ਦੇ ਹੈਗੇ ਆ, ਭਾਰ ਵਾਕਿਆ ਹੀ ਟੈਕਸ ਪੇਅਰਸ ਦੇ ਇਹਦਾ ਹੈਗਾ, ਪਰ ਇਸ ਵੇਲੇ ਟੈਕਸ ਪੇਅਰਸ ਨੂੰ ਲੋੜ ਸੀ ਤੇ ਉਹਦੇ ਇਸ ਕਰਕੇ ਸਾਰੀਆਂ ਸਰਕਾਰਾਂ ਆਲ ਅਕ੍ਰੋਸ ਕੈਨੇਡਾ ਤੇ ਫੈਡਰਲ ਸਰਕਾਰ ਨੇ ਰਲ ਕੇ ਇਸ ਤਰ੍ਹਾਂ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਤਾਂ ਹੁਣ ਇਕਨੋਮੀ ਦੁਬਾਰਾ ਸ਼ੁਰੂ ਹੋ ਜਾਏਗੀ ਤੇ ਫਿਰ ਆਪਣਾ ਫਾਈਨਲ ਨੰਬਰ ਜਿਹੜੇ ਬਜਟ ਦੇ ਆਪਾਂ ਨੂੰ ਪਤਾ ਲੱਗਣਗੇ ਕਿ ਕਿਸ ਤਰ੍ਹਾਂ ਸਾਡਾ ਆਉਣ ਵਾਲਾ ਬਜਟ ਜਿਹੜਾ ਉੱਤੇ ਕਿੰਨਾ ਕੁ ਭਾਰ ਪਿਆ। ਜੇ ਇਕਨੋਮੀ ਪੂਰੀ ਨਹੀਂ ਚੱਲ ਰਹੀ ਤਾਂ ਸਰਕਾਰ ਦੀ ਜਿਹੜੀ ਆਮਦਨੀ ਵੀ ਉਨੀ ਘਟ ਜਾਂਦੀ ਆ। ਸੋ ਇਸ ਕਰਕੇ ਉਹਦਾ ਵਾਕਿਆ ਹੀ ਅਸਰ ਤਾਂ ਪਏਗਾ, ਤੇ ਪਰ ਕਿਉਂਕਿ ਇਹ ਐਕਸਟਰਾਆਰਡੀਨਰੀ ਟਾਈਮਸ ਹੈਗੇ ਆ, ਅਨਪ੍ਰੈਸੀਡੈਂਟਡ ਟਾਈਮਸ ਹੈਗੇ ਆ, ਇਹਦੇ ਲਈ ਅਨਪ੍ਰੈਸੀਡੈਂਟਡ ਜਿਹੜੇ ਹੈਗੇ ਆ ਐਕਸ਼ਨ ਵੀ ਲੈਣੇ ਪੈਂਦੇ ਆ, ਆਪਾਂ ਲੈ ਰਹੇ ਹਾਂ ਔਰ ਸਾਰੇ ਲੋਕ ਚਾਹੁੰਦੇ ਆ ਵੀ ਅਸੀਂ ਐਕਸ਼ਨ ਇਹ ਲਈਏ। ਸੋ ਹੁਣ ਏਦਾਂ ਹੀ ਜਿੱਦਾਂ ਹੁਣ ਤੱਕ ਆਪਾਂ ਪਹੁੰਚ ਗਏ, ਸਰਕਾਰ ਤੇ ਪਬਲਿਕ ਤੇ ਬਿਜ਼ਨਸ ਤੇ ਲੇਬਰ ਰਲ ਕੇ, ਇਸੇ ਤਰ੍ਹਾਂ ਆਉਣ ਵਾਲਾ ਦਿਨ ਜਿਹੜੇ ਹੈਗੇ ਆ ਉਹਦੇ ਵਿੱਚ ਵੀ ਇਸ ਲੰਘਾਂਗੇ। ਤਾਂ ਮੈਂ ਇਸ ਕਿਉਂਕਿ BC ਜਿਹੜੀ ਹੈਗੀ ਆ ਇਹ ਇੱਕ ਰੈਜ਼ਿਲੀਐਂਟ ਲੋਕ ਹੈਗੇ ਆ। ਇਹ ਜਦੋਂ ਜਿੰਨੀ ਮਰਜ਼ੀ ਵੱਡੀ ਮੁਸੀਬਤ ਆ ਜਾਏ ਤੇ ਉਹਨੂੰ ਉਹਦਾ ਸਾਹਮਣਾ ਬੜੀ ਦ੍ਰਿੜਤਾ ਨਾਲ ਤੇ ਸਟਰੋਂਗ ਮਾਈਂਡ ਦੇ ਨਾਲ ਕਰਦੇ ਆ ਤੇ ਅਸੀਂ ਸਰਵਾਈਵਰ ਹੈਗੇ, ਸਰਵਾਈਵ ਕਰਾਂਗੇ। ਜਿਸ ਤਰ੍ਹਾਂ ਉਹ ਕਹਿੰਦੇ ਆ ਕਿ ਦਿਸ ਸ਼ੈਲ ਪਾਸ, ਉਹ ਇਸੇ ਤਰ੍ਹਾਂ ਲੋਕਾਂ ਦਾ ਵਿਸ਼ਵਾਸ ਲੋਕਾਂ ਤੇ ਹੈਗਾ, ਸਰਕਾਰ ਦਾ ਵਿਸ਼ਵਾਸ ਲੋਕਾਂ ਤੇ ਹੈਗਾ, ਤਾਂ ਕਿ ਅਸੀਂ ਆਉਣ ਵਾਲੇ ਜਿਹੜੇ ਦਿਨ ਹੈਗੇ ਆ ਹੋਰ ਵੀ ਮੈਂ ਕਹੂੰਗਾ ਵੀ ਵਧੀਆ ਤੇ ਖੁਸ਼ਹਾਲੀ ਭਰੇ ਹੋਣਗੇ। ਪਰ ਥੋੜਾ ਔਖ ਦੀ ਘੜੀ ਇਸ ਵੇਲੇ ਲੰਘ ਰਹੇ ਆ, ਪਰ ਆਉਣ ਵਾਲਾ ਸਮਾਂ ਮੈਂ ਆਮ ਸ਼ੋਰ ਕਿ BC ਦੇ ਲੋਕ ਬੜੇ ਦ੍ਰਿੜ ਇਰਾਦੇ ਵਾਲੇ ਆ, ਅਸੀਂ ਆਉਣ ਵਾਲਾ ਸਮਾਂ ਸਾਡਾ ਹੋਰ ਵੀ ਵਧੀਆ ਆਏਗਾ। ਬਿਲਕੁਲ, ਬਜਟ ਦੀ ਗੱਲ ਕੀਤੀ ਹੈਗੀ ਹੈ ਤੁਸੀਂ, ਇਹ ਲੈਜਿਸਲੇਚਰ ਜਿਹੜਾ ਦੁਬਾਰਾ ਸਟਾਰਟ ਹੋਣ ਵਾਲਾ ਹੈਗਾ ਆ, ਸੋ ਤੁਹਾਡੇ ਸੈਸ਼ਨਸ ਦੁਬਾਰਾ ਸ਼ੁਰੂ ਹੋਣ ਵਾਲੇ ਨੇ। ਸੋ ਬਜਟ ਨੂੰ ਕੀ ਰਿਵੀਲ ਕੀਤਾ ਜਾਵੇਗਾ, ਨਹੀਂ ਕੀਤਾ ਜਾਵੇਗਾ, ਕਿਉਂਕਿ ਜੇ ਅਸੀਂ ਫੈਡਰਲ ਲੈਵਲ ਦੀ ਗੱਲ ਕਰੀਏ ਤਾਂ ਉਹ ਹਜੇ ਸ਼ੋਰ ਨਹੀਂ ਹੈਗੇ ਕਿ ਬਜਟ ਨੂੰ ਬਣਾਇਆ ਜਾਵੇ, ਸਾਹਮਣੇ ਰੱਖਿਆ ਜਾਵੇ ਲੋਕਾਂ ਦੇ ਕਿ ਨਹੀਂ, ਕਿਉਂਕਿ ਬੈਲੈਂਸ ਤਾਂ ਹੋਣ ਨਹੀਂ ਵਾਲਾ। ਪਰ BC ਦਾ ਬਜਟ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ, ਸੋ ਇਹ ਬਜਟ ਸਾਹਮਣੇ ਆਵੇਗਾ, ਕੀ ਰਾਈਟ ਟਾਈਮ ਹੋਵੇਗਾ ਬਜਟ ਦੇ ਲਈ?
ਜੀ ਇਹਦੇ ਤੇ ਵੀ ਗੱਲ ਹੋ ਰਹੀ ਹੈ, ਜਿਸ ਤਰ੍ਹਾਂ ਕਹਿ ਰਹੇ ਆਪਣਾ ਹੁਣ ਸੈਕੰਡ ਫੇਜ਼ ਦੇ ਵਿੱਚ ਆਪਾਂ ਲੰਘ ਰਹੇ ਹਾਂ, ਉੱਥੇ ਜਾ ਕੇ ਬਜਟ ਦੀ ਗੱਲ ਵੀ ਹੋਏਗੀ। ਇੱਕ ਦੋ ਲੈਜਿਸਲੇਸ਼ਨ ਜਿਹੜੇ ਜ਼ਿਆਦਾ ਜ਼ਰੂਰੀ ਹੈਗੇ ਆ ਉਹ ਵੀ ਉਹਦੇ ਵਿੱਚ ਰੱਖਣ ਦੀ ਆਸ ਹੈਗੀ ਆ, ਜਿਸ ਤਰ੍ਹਾਂ ਕਿ ICPC ਨੂੰ ਫਿਕਸ ਕਰਨ ਦੀ ਲੋੜ ਆ, ਉਹ ਵੀ ਲੈਜਿਸਲੇਸ਼ਨ ਆਏਗਾ। ਸਾਡੇ ਹੋਰ ਇੱਕ ਦੋ ਜ਼ਰੂਰੀ ਲੈਜਿਸਲੇਸ਼ਨ ਹੈਗੇ ਆ, ਉਹਨਾਂ ਤੇ ਵੀ ਵਿਚਾਰ ਹੋਏਗੀ ਤੇ ਬਜਟ ਬਾਰੇ ਵੀ ਗੱਲ ਹੋਏਗੀ। ਹੁਣ ਕਿਸ ਤਰ੍ਹਾਂ ਅਸੀਂ ਖੋਲਾਂਗੇ, ਉਹ ਥੋੜੇ ਜਿਹੇ MLA ਜਾਣਗੇ ਜਾਂ ਸਾਰੇ ਜਾਣਗੇ, ਇਹਦੇ ਤੇ ਇਸ ਵੇਲੇ ਗੱਲ ਸਾਡੇ ਤਿੰਨੇ ਜਿਹੜੇ ਹਾਊਸ ਲੀਡਰ ਆ ਸਪੀਕਰ ਸਾਹਿਬ ਨਾਲ ਗੱਲ ਇਸ ਵੇਲੇ ਚਲਾ ਰਹੇ ਆ। ਬਿਲਕੁਲ ਜੀ, ਜੇ ਹੁਣ ਅਸੀਂ ਫੈਡਰਲ ਲੈਵਲ ਦੀ ਵੀ ਗੱਲ ਕੀਤੀ ਹੈਗੀ ਹੈ ਤਾਂ ਫੈਡਰਲ ਲੈਵਲ ਦੇ ਉੱਤੇ ਸਾਡੇ ਜੋ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਨੇ ਅਨਾਉਂਸ ਕੀਤਾ ਕਿ ਫਰੰਟ ਲਾਈਨ ਵਰਕਰਸ ਦੀ ਵੇਜਸ ਵਧਾਈਆਂ ਜਾਣਗੀਆਂ। ਹੁਣ ਉਹਨਾਂ ਨੇ ਜੋ ਫੰਡਿੰਗ ਦੇਣੀ ਹੈਗੀ ਹੈ ਪ੍ਰੋਵਿੰਸਸ ਦੇ ਨਾਲ ਰਲ ਕੇ, ਸੋ ਕੀ ਸਲਾਹ ਮਸ਼ਵਰਾ ਚੱਲ ਰਿਹਾ ਹੈਗਾ ਫੈਡਰਲ ਸਰਕਾਰ ਦੇ ਨਾਲ, ਸੋ ਕਿਸ ਤਰ੍ਹਾਂ ਦੇ ਨਾਲ ਜਿਹੜੀ ਫੰਡਿੰਗ ਆਵੇਗੀ, ਕਿਸ ਤਰ੍ਹਾਂ ਯੂਜ਼ ਹੋਵੇਗੀ ਪ੍ਰੋਵਿੰਸ ਦੇ ਵਿੱਚ? ਜੀ ਬਹੁਤ ਵਧੀਆ ਗੱਲ ਤੁਸੀਂ ਸਵਾਲ ਕੀਤਾ ਕਿ ਸਾਡੇ ਕੈਰਲ ਜੇਮਸ ਫਾਈਨੈਂਸ ਮਿਨਿਸਟਰ ਨੇ ਸਾਨੂੰ ਕੱਲ੍ਹ ਹੀ ਅਪਡੇਟ ਦਿੱਤੀ ਆ ਕਿ ਫੈਡਰਲ ਫਾਈਨੈਂਸ ਮਿਨਿਸਟਰ ਹੋਣਾ ਦੇ ਨਾਲ ਗੱਲ ਹੋ ਗਈ ਆ। ਉਹਨਾਂ ਨੇ ਪੈਸੇ ਲਿਆਂਦੇ ਹੈਗੇ ਆ ਤੇ 25% ਜਿਹੜੇ ਪੈਸੇ ਉਹ ਪ੍ਰੋਵਿੰਸ ਪਾਉਣਗੇ। ਉਹਦੇ ਤੇ ਹੁਣ ਇਸ ਵੇਲੇ ਗੱਲ ਚੱਲ ਰਹੀ ਵੀ ਕਿਹੜੇ ਸਾਡੇ ਐਸੈਂਸ਼ੀਅਲ ਵਰਕਰ ਇਹਦੇ ਲਈ ਕੁਆਲੀਫਾਈ ਹੋਣਗੇ, ਕਿੰਨੇ ਪੈਸੇ ਕਦੋਂ ਤੋਂ ਆਪਾਂ ਉਹਨਾਂ ਨੂੰ ਦੇਣੇ ਸ਼ੁਰੂ ਕਰਾਂਗੇ, ਕਿੱਦਾਂ ਪੈਸੇ ਦੇਵਾਂਗੇ, ਇਹਦੇ ਤੇ ਹੁਣ ਇਸ ਵੇਲੇ ਗੱਲ ਚੱਲ ਰਹੀ ਆ। ਆਉਣ ਵਾਲੇ ਕੁਝ ਦਿਨਾਂ ਵਿੱਚ ਇਹਦਾ ਫੈਸਲਾ ਵੀ ਹੋ ਜਾਏਗਾ ਤਾਂ ਕਿ ਅਸੀਂ ਉਹ ਲੋਕ ਜਿਨ੍ਹਾਂ ਨੇ ਆਪਣੀਆਂ ਸਿਹਤ ਨੂੰ ਰਿਸਕ 'ਚ ਪਾ ਕੇ, ਆਪਣੀ ਫੈਮਿਲੀ ਦੀ ਸਿਹਤ ਨੂੰ ਰਿਸਕ 'ਚ ਪਾ ਕੇ ਸਾਡੇ ਲਈ ਉਹ ਕੰਮ ਕਰਦੇ ਆ, ਤਾਂ ਕਿ ਸਾਨੂੰ ਜਿਹੜੇ ਜ਼ਰੂਰੀ ਵਸਤਾਂ ਸਾਨੂੰ ਮਿਲ ਸਕਣ, ਜ਼ਰੂਰੀ ਸਾਡੀਆਂ ਸਰਵਿਸਿਜ਼ ਸਾਨੂੰ ਮਿਲ ਸਕਣ। ਤੇ ਉਹਨਾਂ ਦਾ ਧੰਨਵਾਦ ਕਰਨ ਵਾਸਤੇ, ਰੈਕਗਨਾਈਜ਼ ਕਰਨ ਵਾਸਤੇ ਫੈਡਰਲ ਸਰਕਾਰ ਤੇ ਸੂਬਿਆਂ ਨੇ ਰਲ ਕੇ ਇਹ ਫੈਸਲਾ ਕੀਤਾ ਕਿ ਉਹਨਾਂ ਨੂੰ ਕੁਝ ਐਕਸਟਰਾ ਪੈਸੇ ਮਿਲਣੇ ਚਾਹੀਦੇ ਆ, ਔਰ ਉਹਦੇ ਤੇ ਕੰਮ ਚੱਲ ਰਿਹਾ ਵੀ ਕਿੰਨੇ ਮਿਲਣਗੇ, ਕਦੋਂ ਤੋਂ ਮਿਲਣਗੇ। ਸੋ ਇਹਦੀ ਇਨਫੋਰਮੇਸ਼ਨ ਆਉਣ ਵਾਲੇ ਕੁਝ ਦਿਨਾਂ ਵਿੱਚ ਛੇਤੀ ਮਿਲ ਜਾਏਗੀ। ਬਿਲਕੁਲ, ਜਿੱਦਾਂ ਹੁਣ ਅਸੀਂ ਗੱਲ ਕੀਤੀ ਸੀਗੀ ਕਿ ਸਰਕਾਰ ਦੇ ਵੱਲੋਂ ਜਿਹੜਾ ਕਦਮ ਚੁੱਕੇ ਜਾ ਰਹੇ ਹੈਗੇ ਨੇ, ਸਰਕਾਰ ਦੇ ਵੱਲੋਂ ਬਹੁਤ ਕੁਝ ਕੀਤਾ ਜਾ ਰਿਹਾ ਹੈਗਾ ਆ, ਅਪਡੇਟਸ ਆ ਰਹੀਆਂ ਨੇ, ਇਕਨੋਮੀ ਹੌਲੀ-ਹੌਲੀ ਖੁੱਲੇਗੀ। ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ, BC ਦੇ ਲੋਕਾਂ ਨੂੰ, ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਰ ਹੋਵੇਗਾ? ਜੀ ਵੱਡੀ ਗੱਲ ਇਹ ਹੈਗੀ ਹੈ ਕਿ ਫੇਜ਼ ਬਾਈ ਫੇਜ਼ ਅੰਡਰ ਸਟ੍ਰਿਕਟ ਗਾਈਡਲਾਈਨਸ ਆਪਣੇ ਪ੍ਰੋਵਿੰਸ਼ੀਅਲ ਹੈਲਥ ਆਫਿਸ ਦੇ ਤੇ ਵਰਕਸੇਪ BC ਦੇ ਨਾਲ ਹਰ ਇੱਕ ਬਿਜ਼ਨਸ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਸਟ੍ਰਿਕਟ ਗਾਈਡਲਾਈਨਸ ਦੇ ਵਿੱਚ ਓਪਨ ਕਰੋ। ਤੇ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਵਰਕਸੇਪ BC ਨੂੰ ਇਨ ਟੱਚ ਹੋਵੋ, ਪ੍ਰੋਵਿੰਸ਼ੀਅਲ ਹੈਲਥ ਆਫਿਸ ਨੂੰ ਇਨ ਟੱਚ ਹੋਵੋ, ਤਾਂ ਕਿ ਉਹ ਇਨਫੋਰਮੇਸ਼ਨ ਲੈ ਕੇ ਤੁਸੀਂ ਲੋਕਾਂ ਦਾ ਮਨ ਤੇ ਵਿਸ਼ਵਾਸ ਜਿੱਤੋ, ਤਾਂ ਕਿ ਉਹ ਮੁੜ ਕੇ ਦੁਬਾਰਾ ਤੁਹਾਡੇ ਬਿਜ਼ਨਸ ਦੇ ਵਿੱਚ ਆਉਣ। ਪਰ ਨਾਲ ਦੀ ਨਾਲ ਜਿਹੜੀ ਆਮ ਲੋਕੀ ਹੈਗੇ ਆ, ਪਬਲਿਕ ਨੂੰ ਮੈਂ ਰਿਕੁਐਸਟ ਕਰਦਾ ਸਰਕਾਰ ਵੱਲੋਂ ਤੇ ਪ੍ਰੋਵਿੰਸ਼ੀਅਲ ਹੈਲਥ ਆਫਿਸ ਵੱਲੋਂ ਕਿ ਅੱਗੇ ਨਾਲੋਂ ਵੀ ਸਾਨੂੰ ਜ਼ਿਆਦਾ ਡਿਸਪਲਿਨ ਕਰਨ ਦੀ ਲੋੜ ਪਏਗੀ, ਤਾਂ ਕਿ ਅਸੀਂ ਇਕਨੋਮੀ ਨੂੰ ਇੱਕ ਵਾਰੀ ਸ਼ੁਰੂ ਕੀਤਾ ਤਾਂ ਉਹਨੂੰ ਅਸੀਂ ਐਕਸਪੈਂਡ ਕਰਦੇ ਜਾਈਏ, ਨਾ ਕਿ ਮੁੜ ਕੇ ਦੁਬਾਰਾ ਬੰਦ ਕਰਨਾ ਪਵੇ। ਤੇ ਨਾਲ ਧੰਨਵਾਦ ਵੀ ਕਰਨਾ ਚਾਹੁੰਦਾ, ਮੈਂ ਚਾਹੁੰਦਾ ਕਿ ਕਈ ਵਾਰੀ ਐਸੈਂਸ਼ੀਅਲ ਸਰਵਿਸ ਦੀ ਜਦੋਂ ਗੱਲ ਆਉਂਦੀ ਆ ਉਹਦੇ ਵਿੱਚ ਆਪਾਂ ਡਾਕਟਰ ਤੇ ਨਰਸਿਸ ਦੀ ਗੱਲ ਹੋ ਜਾਂਦੀ ਆ, ਜਿਹੜੀ ਕਿ ਬਿਲਕੁਲ ਜ਼ਰੂਰੀ ਗੱਲ ਹੈਗੀ ਆ। ਉਸ ਤੋਂ ਬਾਅਦ ਕੇਅਰ ਏਡਸ ਆਉਂਦੇ ਆ, ਟਰਾਂਸਪੋਰਟੇਸ਼ਨ ਵਾਲੇ ਲੋਕ ਹੈਗੇ, ਟਰੱਕਰਸ ਹੈਗੇ, ਟੈਕਸੀਜ਼ ਹੈਗੀਆਂ, ਜਿਹੜੇ ਹੈਗੇ ਆਪਣੇ ਕਲੀਨਰਸ ਹੈਗੇ ਆ, ਉਹ ਸਾਰੇ ਲਾਂਡਰੀ ਵਾਲੇ ਹੈਗੇ ਆ, ਉਹ ਸਾਰੇ ਵਰਕਰ ਜਿਹੜੇ ਹੈਗੇ ਆ। ਤੇ ਫਿਰ ਵੀ ਅਸੀਂ ਵਿੱਚੋਂ ਛੱਡ ਜਾਂਦੇ ਹਾਂ ਇੱਕ ਦਾਇਰਾ ਜਿਹੜਾ ਕਿ ਮੀਡੀਆ ਹੈਗਾ, ਕਿਉਂਕਿ ਮੀਡੀਆ ਜੇ ਇਹ ਇਨਫੋਰਮੇਸ਼ਨ ਬਾਹਰ ਲੋਕਾਂ 'ਚ ਨਹੀਂ ਪਹੁੰਚਾਏਗਾ ਤੇ ਲੋਕੀ ਘਰ ਬੈਠੇ ਡਿਪਰੈਸ ਹੋ ਜਾਣਗੇ, ਪਤਾ ਨਹੀਂ ਕੀ ਹੋ ਰਿਹਾ, ਇਸ ਤਰ੍ਹਾਂ ਲੱਗੇਗਾ ਅਸੀਂ ਬਿਲਕੁਲ ਇਕੱਲੇ ਹੋ ਗਏ ਆ। ਤੇ ਤੁਹਾਡੇ ਮੀਡੀਆ ਦੇ ਮਾਧਿਅਮ ਥਰੂ ਉਹਨਾਂ ਨੂੰ ਉਹ ਇਨਫੋਰਮੇਸ਼ਨ ਮਿਲਦੀ ਆ ਜਿਹੜੀ ਉਹਨਾਂ ਨੂੰ ਲੋੜ ਆ, ਤੇ ਤੁਹਾਡੇ ਥਰੂ ਇੱਕ ਦੂਜੇ ਨਾਲ ਕੰਟੈਕਟ ਵੀ ਬਾਕੀ ਦੀ ਦੁਨੀਆ ਨਾਲ ਕਰ ਸਕਦੇ ਆ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਆਓ ਰਲ ਕੇ ਜਿਸ ਤਰ੍ਹਾਂ ਅੱਗੇ ਆਪਾਂ ਹੁਣ ਇੱਥੇ ਤੱਕ ਪਹੁੰਚੇ ਆ, ਏਦਾਂ ਹੀ ਆਉਣ ਵਾਲੇ ਜਿਹੜੇ ਵੀਕਸ ਹੈਗੇ ਆ, ਮੰਥਸ ਹੈਗੇ ਆ, ਇਸੇ ਤਰ੍ਹਾਂ ਚੱਲੀਏ ਤੇ ਅਸੀਂ ਵਾਤਾਵਰਨ ਨੂੰ ਵੀ ਕਲੀਨ ਕਰੀਏ, ਆਪਣੀ ਹੈਲਥ, ਆਪਣੇ ਪਿਆਰਿਆਂ ਦੀ ਹੈਲਥ ਨੂੰ ਵੀ ਮੂਹਰੇ ਰੱਖ ਕੇ ਆਪਣਾ ਜਿਹੜਾ ਡਿਸਪਲਿਨ ਰਹਿ ਕੇ ਕੰਮ ਕਰੀਏ, ਤਾਂ ਕਿ ਅਸੀਂ ਕੋਵਿਡ-19 ਨੂੰ ਬਿਲਕੁਲ ਅਸੀਂ 19 ਨੂੰ ਖਤਮ ਕਰ ਲਈਏ ਤੇ ਵੈਕਸੀਨ ਹੋਪਫੁਲੀ ਛੇਤੀ ਮਿਲ ਜਾਏਗੀ ਤੇ ਇਲਾਜ ਮਿਲ ਜਾਏਗਾ ਤੇ ਆਪਾਂ ਮੁੜ ਕੇ ਦੁਬਾਰਾ ਨਿਊ ਨਾਰਮਲ ਦੇ ਅੰਡਰ ਫਿਰ ਦੁਬਾਰਾ ਆਪਣੀਆਂ ਜ਼ਿੰਦਗੀਆਂ ਸ਼ੁਰੂ ਕਰ ਸਕੀਏ। ਸੋ ਧੰਨਵਾਦ ਬਹੁਤ ਬਹੁਤ। ਇੱਕ ਗੱਲ ਮੈਂ ਹੁਣ ਅਖੀਰ ਵਿੱਚ ਕਹਿਣੀ ਚਾਹਾਂ ਜੀ, ਇਫ ਯੂ ਡੋਂਟ ਮਾਈਂਡ, ਕੱਲ ਨੂੰ ਐਤਵਾਰ ਨੂੰ ਮਦਰਸ ਡੇ ਆ, ਇਹ ਬੜਾ ਵੱਖਰੀ ਤਰ੍ਹਾਂ ਦਾ ਮਦਰਸ ਡੇ ਕੀ ਹੋਏਗਾ। ਮਦਰਸ ਨੂੰ ਜ਼ਰੂਰ ਜਾ ਕੇ ਮਿਲੋ, ਪਰ ਇਹ ਹੈਗਾ ਕਿ ਜਿਸ ਤਰ੍ਹਾਂ ਤੁਹਾਨੂੰ ਗਾਈਡਲਾਈਨਸ ਰੱਖ ਕੇ ਮਦਰਸ ਦੀ ਹੈਲਥ ਲਈ, ਆਪਣੀ ਹੈਲਥ, ਆਪਣੇ ਬਾਕੀਆਂ ਦੀ ਹੈਲਥ ਨੂੰ ਸਾਹਮਣੇ ਰੱਖ ਕੇ ਜੇ ਦੂਰੋਂ ਦੂਰੋਂ ਮਿਲ ਸਕਦੇ ਚੰਗੀ ਗੱਲ ਆ। ਤੇ ਖਾਸ ਤੌਰ ਤੇ ਤੁਸੀਂ ਧਿਆਨ ਰੱਖਣਾ ਆਪਣੀ ਸਿਹਤ, ਆਪਣੀ ਮਦਰਸ ਦਾ, ਤੇ ਸਾਰਿਆਂ ਨੂੰ ਹੈਪੀ ਮਦਰਸ ਡੇ।
ਜੀ ਬਿਲਕੁਲ, ਸਾਰਿਆਂ ਨੂੰ ਅਰਾਊਂਡ ਦ ਵਰਲਡ ਜਿੰਨੀਆਂ ਵੀ ਮਦਰਸ ਹੈਗੀਆਂ ਨੇ ਉਹਨਾਂ ਨੂੰ ਹੈਪੀ ਮਦਰਸ ਡੇ ਕਹਿੰਦੇ ਆ, ਤੇ ਤੁਹਾਨੂੰ ਵੀ ਤੁਸੀਂ ਜ਼ੂਮ ਮੀਟਿੰਗਸ ਕਰ ਰਹੇ ਹੈਗੇ ਹੋ, ਵਰਕ ਕਰ ਰਹੇ ਹੋ BC ਦੀ ਇਕਨੋਮੀ ਨੂੰ ਦੁਬਾਰਾ ਮੋੜ ਟਰੈਕ ਤੇ ਲੈ ਕੇ ਆਉਣ ਦੇ ਲਈ। ਥੈਂਕ ਯੂ ਸੋ ਮਚ, ਹਮੇਸ਼ਾ ਸਾਨੂੰ ਅਪਡੇਟਸ ਦਿੰਦੇ ਹੋ, ਤੇ ਤੁਸੀਂ ਵੀ ਸਟੇ ਹੋਮ ਤੇ ਸਟੇ ਸੇਫ। ਥੈਂਕ ਯੂ ਜੀ। ਥੈਂਕ ਯੂ ਜੀ। ਬਿਲਕੁਲ, ਅੱਜ ਗੱਲਬਾਤ ਹੋਈ ਮਿਨਿਸਟਰ ਬੇਂਸ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ BC ਦੀ ਇਕਨੋਮੀ ਕਿੱਦਾਂ ਕੰਮ ਕਰ ਰਹੀ ਹੈਗੀ ਹੈ, ਕੀ ਕੁਝ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਇਨ ਸਾਰੇ ਦੀ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ FYI ਮੀਡੀਆ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।